हेलो दोस्तों, ਤੁਹਾਡਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਇੱਕ ਨਵਾਂ ਸਬਜੈਕਟ ਹੈ ਜਿਹੜਾ ਸਾਈਕੋਲੋਜੀ ਦੀ ਆਪਾਂ ਗੱਲ ਕਰਾਂਗੇ, ਮਨੋਵਿਗਿਆਨ ਦੀ ਗੱਲ ਕਰਾਂਗੇ। ਇੱਕ ਅਜਿਹਾ ਸਬਜੈਕਟ ਆ ਦੋਸਤੋ ਜਿਸ ਦੇ ਵਿੱਚ ਮਨੁੱਖੀ ਵਿਵਹਾਰ ਨੂੰ ਸਮਝਿਆ ਜਾਂਦਾ ਹੈ। ਠੀਕ ਹੈ, ਇਸ ਦੀ ਇੰਪੋਰਟੈਂਸ ਹੋਰ ਵੀ ਵੱਧ ਜਾਂਦੀ ਹੈ ਐਜੂਕੇਸ਼ਨ ਦੇ ਵਿੱਚ ਆ ਕੇ। ਜਦੋਂ ਕਿ ਬੱਚਿਆਂ ਦੀ ਜਦੋਂ ਆਪਾਂ ਸਿੱਖਿਆ ਦੀ ਗੱਲ ਕਰਦੇ ਹਾਂ ਉਸ ਦੇ ਵਿੱਚ ਇਸ ਦੀ ਇੰਪੋਰਟੈਂਸ ਹੈ ਜਿਹੜੀ ਬਹੁਤ ਜ਼ਿਆਦਾ ਹੈਗੀ। ਠੀਕ ਹੈ, ਕਿਉਂਕਿ ਆਪਾਂ ਨੇ ਕੋਈ ਵੀ ਟੀਚਰ ਲੱਗਣਾ, ਠੀਕ ਹੈ, ਜਿਵੇਂ ਕਿ ਐਗਜ਼ਾਮ ਹੁੰਦੇ ਆ ਨਾ टीचर के, जिमें कि सी टैट हो गया, पी टैट हो गया, ठीक है, यूपी टैट हो गया, एच टैट हो गया। जिमें कि हुण पंजाब दे विच एनटीटी ਦੀਆਂ ਪੋਸਟਾਂ ਨਿਕਲੇ ਹੋਣ, ਉਹਦੇ ਵਿੱਚ ਸਾਈਕੋਲੋਜੀ ਸਬਜੈਕਟ ਹੈ ਜਿਹੜਾ ਉਹ ਪੁੱਛਿਆ ਗਿਆ। ਸਾਈਕੋਲੋਜੀ ਮਤਲਬ ਕੀ ਹੁੰਦਾ ਹੈ, ਜਿਸ ਦੇ ਵਿੱਚ ਬੱਚੇ ਨੂੰ ਮਤਲਬ ਉਹਦੇ ਵਿਵਹਾਰ ਨੂੰ ਸਮਝਿਆ ਜਾਂਦਾ, ਉਹਦੀਆਂ ਆਦਤਾਂ ਹੋ ਗਈਆਂ, ਉਸਦਾ ਜਿਹੜਾ ਫੈਮਿਲੀ ਬੈਕਗਰਾਉਂਡ ਆ ਉਹ ਸਾਰਾ ਕੁਝ ਜਿਹੜਾ ਦੇਖਿਆ ਜਾਂਦਾ। ਇੱਕ ਟੀਚਰ ਲਈ ਬਹੁਤ ਜ਼ਰੂਰੀ ਹੋ ਜਾਂਦਾ ਸਾਈਕੋਲੋਜੀ ਸਬਜੈਕਟ ਪੜ੍ਹਨਾ। ਕਾਰਨ ਇਹ ਹੈ ਕਿ ਸਾਈਕੋਲੋਜੀ ਹੈ ਜਿਹੜਾ ਸਾਨੂੰ मनोविज्ञान सानू जिहड़ा वो ये दसदा कि एक बच्चा जिहड़ा मतलब कि किस तरह का बिहेव करता है। ठीक है, आपां तुहानू अज जिहड़ा अज दी वीडियो दे विच दस्सांगे मनोविज्ञान हुंदा की है, ये किहड़ी भाषा तो निकल के आया, की इहदीयां फीचर्स ने गे है ते की मतलब कि इसका स्कोप है। ठीक है, वो सारियां गल्लां करांगे। सब तो पहला इहदी गल कर लैने भी जिहड़ा मनोविज्ञान है मनुखी व्यवहार दा विग्यानिक अध्ययन है। सब तो इंपॉर्टेंट गल है जी भी एक विज्ञानिक अध्ययन है, मतलब कि साइंटिफिक की मैथड है। ठीक है, मतलब साइंटिफिक मतलब इसलिए है क्योंकि इनको परखिया गया ये विज्ञान की तरह। ठीक है, वो सारी गल्लां आपां तुहानूं अगे करांगे। सब तो पहले जान लीजिए कि मनोविज्ञान लई जिहड़ा साइकोलॉजी जो है, साइकोलॉजी मतलब कि शब्द है किहने यूज कीता सी, रुडोल्फ गोल्काई ने। ठीक है, एक प्रश्न पूछ लिया जाता है भी जिहड़ा साइकोलॉजी शब्द है वो मनोविज्ञान लई किसने वरतिया सी, तां रुडोल्फ गोल्काई ने। वेरी इंपॉर्टेंट है जी। ठीक है, दूसरे अगे आप गल करते हैं जो साइकोलॉजी शब्द है वो कितों निकल के आया जी, ये दो शब्दों तो बने जी, साइकी प्लस लॉग्स। ठीक है, साइकी मतलब हुंदा जी आत्मा। ठीक है, साइकी मतलब हुंदा आत्मा ते लॉग्स दा मतलब हुंदा जी ज्ञान। ठीक है, कादा ज्ञान जी, आत्मा दा ज्ञान। ठीक है, साइकोलॉजी शब्द दो शब्दों की मेल, साइकोलॉजी शब्द दो शब्दों की मेल तो बनया साइकी प्लस लॉग्स यानी कि आत्मा दा ज्ञान। स्टार्टिंग दे विच इसनूं यही मन्निया गया भी कादा ज्ञान है जी, आत्मा दा ज्ञान है। ठीक है, ते ਇਹ ਜਿਹੜੇ ਦੋ ਸ਼ਬਦ ਨੇ ਇਹ ਕਿਹੜੀ ਭਾਸ਼ਾ ਦੇ ਸ਼ਬਦ ਨੇ ਜੀ, ਲਾਤੀਨੀ ਭਾਸ਼ਾ ਦੇ ਸ਼ਬਦ ਨੇ। ਇਹ ਵੈਰੀ ਇੰਪੋਰਟੈਂਟ ਹੈ, ਕਈ ਵਾਰ ਪੁੱਛ ਲਿਆ ਜਾਂਦਾ ਜਿਹੜੇ ਦੋ ਸ਼ਬਦ ਨੇ ਸਾਈਕੋਲੋਜੀ ਕਿਹੜੀ ਭਾਸ਼ਾ ਦੇ ਮਤਲਬ ਸ਼ਬਦ ਤੋਂ ਨਿਕਲਿਆਗਾ, ਕਿਹੜੀ ਭਾਸ਼ਾ ਤੋਂ ਨਿਕਲਿਆ, ਤਾਂ ਉਹ ਲਾਤੀਨੀ ਭਾਸ਼ਾ ਤੋਂ ਨਿਕਲਿਆ ਜੀ। ਵੈਰੀ ਇੰਪੋਰਟੈਂਟ ਹੈ। ਠੀਕ ਹੈ, ਤੇ ਇਸ ਤੋਂ ਬਾਅਦ ਸਿੱਖਿਆ ਵਿੱਚ ਮਨੋਵਿਗਿਆਨ ਦੀ ਜਿਹੜੀ ਗੱਲ ਹੈ ਉਹ ਕਿਸ ਵਿਅਕਤੀ ਨੇ ਕੀਤੀ ਸੀ। ਠੀਕ ਹੈ, ਤਾਂ ਮਤਲਬ ਕੌਣ ਲੈ ਕੇ ਆਇਆ ਸੀ ਐਜੂਕੇਸ਼ਨ ਦੇ ਵਿੱਚ, ਤਾਂ ਉਹ ਰੂਸੋ ਲੈ ਕੇ ਆਇਆ ਸੀ। ਵੈਰੀ ਇੰਪੋਰਟੈਂਟ, ਕਈ ਵਾਰ ਪੁੱਛ ਲਿਆ ਜਾਂਦਾ ਹੈ ਵੀ ਐਜੂਕੇਸ਼ਨ ਦੇ ਵਿੱਚ ਸਾਈਕੋਲੋਜੀ ਦੀ ਗੱਲ ਕੀ ਨਹੀਂ ਕਰੀ ਸੀ, ਤਾਂ ਉਹ ਕਿਹਨੇ ਕਰੀ ਸੀ ਜੀ, ਰੂਸੋ ਨੇ ਕਰੀ ਸੀ। ਅੱਗੇ ਗੱਲ ਕਰਦੇ ਹਾਂ ਵੀ ਜਿਹੜੇ ਇਹ ਸਾਈਕੋਲੋਜੀ ਹੈ ਇਹ ਕਿਸ ਤਰ੍ਹਾਂ ਡਿਵੈਲਪ ਹੋਈ ਸੀ। ਪਹਿਲਾਂ ਸਟਾਰਟਿੰਗ ਦੇ ਵਿੱਚ ਜਿਹੜਾ ਦਰਸ਼ਨ ਸ਼ਾਸਤਰ ਹੈ, ਫਿਲਾਸਫੀ ਆ, ਉਹਦੇ ਵਿੱਚ ਇਸ ਨੂੰ ਪੜ੍ਹਿਆ ਜਾਂਦਾ ਸੀ। ਬਾਅਦ ਦੇ ਵਿੱਚ ਜਿਹੜੇ ਦਾਰਸ਼ਨਿਕ ਸੀਗੇ ਹੌਲੀ ਹੌਲੀ ਉਹਨਾਂ ਨੇ ਮਤਲਬ ਕਿ ਮਨੋਵਿਗਿਆਨ ਦੇ ਉੱਪਰ ਜਿਹੜਾ ਸੀ ਆਪਣੇ ਵਿਚਾਰ ਰੱਖੇ ਵੀ ਹੁੰਦੀ ਕੀ ਹੈ, ਹਨਾ, ਕਿਸ ਤਰ੍ਹਾਂ ਦੀ ਚੀਜ਼ ਹੈ ਇਹ। ਤੇ ਇਸ ਕਰਕੇ ਇਹ ਕਿਹਾ ਜਾਂਦਾ ਵੀ ਜਿਹੜਾ ਦਰਸ਼ਨ ਸ਼ਾਸਤਰ ਹੈ ਉਹ ਮਨੋਵਿਗਿਆਨ ਦੀ ਮਾਂ ਗਈ। ਠੀਕ ਹੈ, मतलब कि ਇਸ ਨੂੰ ਪੈਦਾ ਕਰਨ ਵਾਲੀ ਜੋ ਮਨੋਵਿਗਿਆਨ ਨੂੰ ਪੈਦਾ ਕਿੱਥੋਂ ਕੀਤਾ ਗਿਆ ਸੀ, ਉਹ ਫਿਲਾਸਫੀ ਤੋਂ ਯਾਨੀ ਕਿ ਦਰਸ਼ਨ ਸ਼ਾਸਤਰ ਤੋਂ। ਇਹ ਯਾਦ ਰੱਖਿਓ। ਠੀਕ ਹੈ, ਕਈ ਵਾਰ ਪੁੱਛ ਲਿਆ ਜਾਂਦਾ ਵੀ ਦਰਸ਼ਨ ਕਿਸ ਤੋਂ ਪੈਦਾ ਨਿਕਲਿਆ, ਮਤਲਬ ਇਹ ਦਰਸ਼ਨ ਸ਼ਾਸਤਰ ਤੋਂ। ਸਟਾਰਟਿੰਗ ਦੇ ਵਿੱਚ ਇਹ ਇੱਕ ਐਜ਼ ਅ ਸਬਜੈਕਟ ਨਹੀਂ ਸੀ, ਇਸ ਨੂੰ ਫਿਲਾਸਫੀ ਦੇ ਵਿੱਚ ਹੀ ਪੜ੍ਹਿਆ ਜਾਂਦਾ ਸੀ। बट मौजूदा समय ਹੁਣ ਦੇ ਸਮੇਂ ਵਿੱਚ ਇਹ ਇੱਕ ਅਲੱਗ ਸਬਜੈਕਟ ਹੈ। ਇਹਦੇ ਉੱਪਰ ਥਿਉਰੀਆਂ मतलब कि ਥਿਉਰੀਆਂ ਬਣਾਈਆਂ ਨੇ ਅਲੱਗ-ਅਲੱਗ ਵਿਦਵਾਨਾਂ ਨੇ। ਠੀਕ ਹੈ, ਜਿੰਨੇ ਵੀ ਹੋਏ ਨੇ ਇਹਦੇ ਉੱਪਰ ਕਾਫੀ ਰਿਸਰਚ ਹੋ ਰਹੀ ਹੈ। ਜੋ ਬੱਚੇ ਆ मतलब ਇਹਦੇ ਵਿੱਚ ਆਪਣਾ ਫਿਊਚਰ ਵੀ ਬਣਾ ਰਹੇ ਆ। ਠੀਕ ਹੈ, ਇਹਦਾ ਕਾਰਨ ਇਹ ਹੈ ਵੀ ਅੱਜ ਕੱਲ੍ਹ ਹਰ ਵਿਅਕਤੀ ਚਾਹੁੰਦਾ ਹੈ ਵੀ ਦੂਜੇ ਨੂੰ ਮੈਂ ਸਮਝਾਂ, ਉਹਦੇ ਵਿਵਹਾਰ ਨੂੰ ਸਮਝਾਂ, ਵੀ ਦੂਸਰੇ ਦੇ ਵਿਵਹਾਰ ਨੂੰ ਸਮਝਣ ਨਾਲ ਹੀ ਹੈ ਨਾ ਆਪਾਂ ਅੱਗੇ ਵੱਧ ਸਕਦੇ। मतलब कि अच्छा लगता ਆਪਾਂ ਨੂੰ ਦੂਸਰੇ ਵਿਵਹਾਰ ਨੂੰ ਜਾਣਨਾ। ਜੇ ਇੱਕ ਟੀਚਰ ਲਈ ਇਸ ਦੀ ਇੰਪੋਰਟੈਂਸ ਇਸ ਲਈ ਵੱਧ ਜਾਂਦੀ ਹੈ ਕਿਉਂਕਿ ਜਿਹੜੇ ਬੱਚੇ ਹੁੰਦੇ ਆ ਕਲਾਸ ਦੇ ਵਿੱਚ, ਹੈ ਨਾ, ਅਲੱਗ-ਅਲੱਗ ਉਹਨਾਂ ਦਾ ਫੈਮਿਲੀ ਬੈਕਗਰਾਉਂਡ ਅਲੱਗ ਹੁੰਦਾ ਹੈ ਕਿ ਉਹਨਾਂ ਦਾ ਖਾਣ ਪੀਣ, ਆਦਤਾਂ, ਇਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਨੇ। ਤਾਂ ਇੱਕ ਟੀਚਰ ਨੇ ਵੇਖਣਾ ਹੁੰਦਾ ਜਦੋਂ ਬੱਚਾ ਜਿਹੜਾ ਉਹ ਕਲਾਸ ਦੇ ਵਿੱਚ ਆਉਂਦਾ ਹੈ ਨਾ, ਤਾਂ ਉਸਨੇ ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ। ਠੀਕ ਹੈ, ਕਈ ਬੱਚੇ ਹੁੰਦੇ ਆ ਬਹੁਤ ਜ਼ਿਆਦਾ ਸ਼ਰਾਰਤੀ ਹੁੰਦੇ ਆ, ਕੁਝ ਬੱਚੇ ਹੁੰਦੇ ਆ ਵੀ ਮਤਲਬ ਚੁੱਪ ਰਹਿੰਦੇ ਆ, ਮਤਲਬ ਕਈ ਹੁੰਦੇ ਆ ਵੀ ਥੋੜੇ ਪੜ੍ਹਨ ਦੇ ਵਿੱਚ ਕ੍ਰੀਏਟਿਵ ਹੁੰਦੇ ਆ, ਜਾਂ ਆਪਾਂ ਕਹਿ ਸਕਦੇ ਗੋਡ ਗਿਫਟਡ ਹੁੰਦੇ ਆ। ਉਹ ਮਤਲਬ ਜੇ ਉਹਨੂੰ ਸਹੀ ਗਾਈਡਲਾਈਨ ਨਾ ਦਿੱਤੀ ਜਾਵੇ, मतलब कि ਉਹਨਾਂ ਨੂੰ ਸਹੀ ਮੋਟੀਵੇਸ਼ਨ ਨਾ ਦਿੱਤੀ ਜਾਵੇ ਤਾਂ ਉਹ ਗਲਤ ਰਸਤਾ ਵੀ ਅਪਣਾ ਸਕਦੇ। ਇਹ ਸਾਰੀਆਂ ਗੱਲਾਂ ਇੱਕ ਟੀਚਰ ਨੇ ਧਿਆਨ ਵਿੱਚ ਰੱਖਣੀਆਂ ਹੁੰਦੀਆਂ ਨੇ। ਠੀਕ ਹੈ, दूसरी गल करते हैं जो पहला है स्टडी एज सोल सी, मतलब कि आत्मा की स्टडी सी। जो ये गल हुई सी जी 16वीं सदी दे विच, ते स्टडी ऑफ सोल एज ए सोल किहने गल कही सी, एक तां अरस्तु ते दूसरा प्लेटो ते दकार्ते।
ਸੌਰੀ ਦਰਾਕਤੇ। ਇਹ ਵਿਅਕਤੀ ਹੋਏ ਨੇ ਜੀ, ਕਿਹੜੇ ਕਿਹੜੇ ਹੋਇਆ ਜੀ, ਅਰਸਤੂ, ਪਲੈਟੋ ਤੇ ਦਰਾਕਤੇ। ਇਹ ਵਿਅਕਤੀ ਹੋਏ ਨੇ ਜਿਨ੍ਹਾਂ ਨੇ ਗੱਲ ਕਰੀ ਹੈ ਜੀ ਵੀ ਜਿਹੜੇ ਮਤਲਬ ਕਿ ਸਾਈਕੋਲੋਜੀ ਆ ਇਹ ਕਾਦੀ ਹੈ ਕਿ ਮਤਲਬ ਕਿ ਆਤਮਾ ਦੀ ਸਟੱਡੀ ਹੈ, ਠੀਕ ਹੈ। ਬਟ ਜਦੋਂ ਇਹ ਕ੍ਰਿਟਿਸਾਈਜ਼ ਕੀਤਾ ਗਿਆ, ਇਸ ਨੂੰ ਨਕਾਰ ਦਿੱਤਾ ਗਿਆ। ਰੀਜ਼ਨ ਇਹ ਸੀਗਾ ਵੀ ਜਿਹੜੀ ਆਤਮਾ ਹੈ ਨਾ ਉਹਨੂੰ ਕਿਸੇ ਨੇ ਵੇਖਿਆ ਨਹੀਂ ਹੁੰਦਾ ਤੇ ਉਹਦੇ ਤੱਥ ਨਹੀਂ ਕੱਢੇ ਜਾ ਸਕਦੇ, ਕਿੱਥੋਂ ਪੈਦਾ ਹੋਈ ਆ, ਇਹਦੀ ਹੋਂਦ ਕੀ ਆ, ਇਹ ਸਾਰੀਆਂ ਗੱਲਾਂ ਵੇਖਦੇ ਹੋਏ ਇਹਨੂੰ ਵੀ ਇਹ ਜਿਹੜਾ ਨਕਾਰ ਦਿੱਤਾ ਗਿਆ ਸੀ। ਫਿਰ ਉਸ ਤੋਂ ਬਾਅਦ ਦੂਸਰੀ ਗੱਲ, ਇਹ ਸਟੱਡੀ ਐਜ਼ ਮਾਈਂਡ, ਮਤਲਬ ਕਿ ਇਹਨੂੰ ਕਿਹਾ ਗਿਆ ਵੀ ਕਿ ਮਨ ਦੀ ਸਟੱਡੀ ਆ। ਇਹ ਜੋ ਹੈ ਇਹ ਗੱਲ ਕਰਨ ਵਾਲਾ ਵਿਅਕਤੀ ਸੀਗਾ ਪੋਂਪੋਨੋਜੀ ਸੀਗਾ, ਠੀਕ ਹੈ। ਇਹ ਵਾਰੀ ਪੁੱਛ ਲਿਆ ਜਾਂਦਾ, ਪੋਂਪੋਨੋਜੀ ਸੀਗਾ। ਇਹਦਾ ਮਤਲਬ ਕਿ ਸਟੱਡੀ ਐਜ਼ ਮਾਈਂਡ ਦਾ ਗੱਲ ਇਹ ਸੀਗੀ ਵੀ ਜਿਹੜੀ ਸਟੱਡੀ ਸਾਈਕੋਲੋਜੀ ਦੀ ਸਟੱਡੀ ਕੀਤੀ ਉਹ ਮਾਈਂਡ ਦੇ ਉੱਪਰ ਕੀਤੀ, ਸਾਰੀ ਗੱਲ ਮਾਈਂਡ ਦੇ ਉੱਪਰ ਸੀ। ਬਟ ਇਸ ਨੂੰ ਵੀ ਨਕਾਰ ਦਿੱਤਾ ਗਿਆ। ਰੀਜ਼ਨ ਇਹ ਸੀਗਾ ਵੀ ਜਿਵੇਂ ਇੱਕ ਆਤਮਾ ਗਈ ਨਾ, ਆਪਾਂ ਆਤਮਾ ਨੂੰ ਨਹੀਂ ਦੇਖ ਸਕਦੇ ਵੀ ਕਿੱਥੇ, ਇਸ ਤਰ੍ਹਾਂ ਇੱਕ ਮਨ ਦਾ ਵਾਸ ਕਿੱਥੇ ਆ ਕਿਸੇ ਨੂੰ ਨਹੀਂ ਪਤਾ। ਆਪਾਂ ਖੁਦ ਦੇ ਮਨ ਦੀ ਸਟੱਡੀ ਕਰ ਸਕਦੇ ਹਾਂ, ਖੁਦ ਦੇ ਮਨ ਨੂੰ ਸਮਝ ਸਕਦੇ ਹਾਂ, ਦੂਸਰੇ ਦੇ ਮਨ ਵਿੱਚ ਕੀ ਚੱਲ ਰਿਹਾ ਆਪਾਂ ਇਹ ਗੱਲਾਂ ਨਹੀਂ ਸਮਝ ਸਕਦੇ, ਠੀਕ ਹੈ। ਇਸ ਕਰਕੇ ਇਸ ਨੂੰ ਵੀ ਨਕਾਰ ਦਿੱਤਾ ਗਿਆ, ਮਤਲਬ ਕਿ ਪਹਿਲੇ ਦੋ ਜਿਹੜੇ ਵਿਚਾਰ ਸੀ ਉਹ ਵੀ ਐਕਸੈਪਟ ਨਹੀਂ ਕੀਤੇ ਗਏ। ਉਸ ਤੋਂ ਬਾਅਦ ਗੱਲ ਆਈ ਜੀ ਸਟੱਡੀ ਐਜ਼ ਕੌਨਸ਼ੀਅਸਨੈਸ, ਮਤਲਬ ਕਿ ਚੇਤਨਾ ਦੀ ਗੱਲ ਹੋਈ ਵੀ ਇਹ ਜਿਹੜਾ ਮਨੋਵਿਗਿਆਨ ਆ ਉਹ ਕੀ ਹੈਗਾ, ਮਤਲਬ ਕਿ ਚੇਤਨਾ ਦੀ ਗੱਲ ਕਰਨ ਲੱਗਿਆ। ਤੇ ਇਹਨੂੰ ਵੀ ਅੱਗੇ ਜਿਸ ਤਰ੍ਹਾਂ ਦੋਨੋਂ ਵਿਚਾਰ ਪਹਿਲੇ ਸੀ ਜਿਹੜੇ ਨਕਾਰੇ ਗਏ ਸੀ, ਇਸ ਤਰ੍ਹਾਂ ਇਹਨੂੰ ਵੀ ਨਕਾਰ ਦਿੱਤਾ। ਰੀਜ਼ਨ ਇਹ ਸੀ ਵੀ ਆਪਣੇ ਜਿਹੜਾ ਕੌਨਸ਼ੀਅਸਨੈਸ ਆ ਉਹ ਕਿੰਨੇ ਆਪਣੇ ਜਿਹੜੇ ਟੋਟਲ ਮਾਈਂਡ ਦੀ 10% ਹੁੰਦੀ ਹੈ, 10% ਹੁੰਦੀ ਹੈ। ਇਸ ਕਰਕੇ ਇਸ ਨੂੰ ਵੀ ਨਕਾਰ ਦਿਓ ਵੀ ਇੱਕ ਵਿਅਕਤੀ ਦਾ ਪੂਰਨ ਵਿਕਾਸ ਲਈ ਜ਼ਰੂਰੀ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਦੇਖੇ ਜਾਵੇ, ਇਕੱਲੇ ਸਿਰਫ ਮੈਂਟਲ ਦੀ ਗੱਲ ਨਹੀਂ ਹੁੰਦੀ, ਉਹਦੇ ਫਿਜ਼ੀਕਲ ਅਪੀਅਰੈਂਸ ਸਾਰਾ ਕੁਝ ਆ ਜਾਂਦਾ ਉਹਦੇ ਵਿੱਚ। ਇਸ ਤੋਂ ਬਾਅਦ ਜਿਹੜੀ ਲਾਸਟ ਗੱਲ ਹੁੰਦੀ ਹੈ ਜੀ ਸਟੱਡੀ ਐਜ਼ ਬਿਹੇਵੀਅਰ, ਸਭ ਤੋਂ ਜ਼ਿਆਦਾ ਜਿਹੜਾ ਪ੍ਰਮਾਣਿਕ ਮੰਨਿਆ ਗਿਆ ਜੀ, ਠੀਕ ਹੈ, ਜਿਸ ਨੂੰ ਸਭ ਤੋਂ ਵੱਧ ਜਿਹੜੇ ਵਿਚਾਰ ਨੂੰ ਮਾਨਤਾ ਦਿੱਤੀ ਗਈ ਆ ਉਹ ਹੈ ਸਟੱਡੀ ਐਜ਼ ਬਿਹੇਵੀਅਰ, ਠੀਕ ਹੈ। ਵੀ ਇਹ ਇੱਕ ਜਿਹੜਾ ਮਤਲਬ ਮਨੋਵਿਗਿਆਨ ਆ ਉਹ ਵਿਵਹਾਰ ਦੀ ਸਟੱਡੀ ਕਰਦਾ। ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਕ ਬੱਚਾ ਹੁੰਦਾ ਜਿਹੜਾ ਹਨਾ, ਇੱਕ ਕੋਰੀ ਸਲੇਟ ਆਉਂਦਾ ਜਦੋਂ ਸਕੂਲ ਦੇ ਵਿੱਚ ਹੁੰਦਾ, ਪਤਾ ਨਹੀਂ ਹੁੰਦਾ ਉਹਦਾ ਮਤਲਬ ਕਿ ਉਹਦਾ ਇੰਟਰਸਟ ਕੀ ਹੋਊਗਾ, ਕੀ ਉਹਦੇ ਅੱਗੇ ਵਧੇਗਾ, ਤਾਂ ਇੱਕ ਟੀਚਰ ਨੇ ਉਸਨੂੰ ਸਹੀ ਲਾਈਨ ਦੇਣੀ ਹੁੰਦੀ ਆ ਕਿ ਉਹ ਕਿਸ ਤਰ੍ਹਾਂ ਹੋਊਗਾ। ਇਸ ਲਈ ਕਿਉਂਕਿ ਇੱਕ ਛੋਟਾ ਬੱਚਾ ਹੁੰਦਾ ਨਾ, ਕੋਰੀ ਕਾਗਜ਼ ਹੁੰਦਾ ਆਪਾਂ ਕਹਿੰਦੇ ਆ, ਉਸ ਦੇ ਉੱਪਰ ਜੋ ਭਲਾ ਮਤਲਬ ਜਿੱਦਾਂ ਚਾਹੋ ਉਹਨੂੰ ਬਣਾ ਸਕਦੇ ਆ ਹਨਾ, ਤਾਂ ਉਹਨੂੰ ਸਹੀ ਗਾਈਡਲਾਈਨ ਜ਼ਰੂਰੀ ਹੈ। ਇਸ ਕਰਕੇ ਸਟੱਡੀ ਐਜ਼ ਬਿਹੇਵੀਅਰ, ਇਸ ਦੇ ਉੱਪਰ ਸਭ ਤੋਂ ਮਤਲਬ ਕਿ ਜ਼ਿਆਦਾ ਵਾਟਸਨ ਨਾਮ ਦਾ ਇੱਕ ਵਿਅਕਤੀ ਹੋਇਆ, ਉਸਨੇ ਮਤਲਬ ਕਿ ਬਿਹੇਵੀਅਰ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਆ। ਉਹ ਕਹਿੰਦਾ ਸੀ ਵੀ ਇੱਕ ਬੱਚਾ ਮੈਨੂੰ ਦਿਓ ਹਨਾ, ਜੋ ਤੁਸੀਂ ਚਾਹੋਗੇ ਮੈਂ ਉਹਨੂੰ ਬਣਾ ਦੇਵਾਂ, ਉਹਦੇ ਵਿਵਹਾਰ ਨੂੰ ਢਾਲ ਕੇ ਉਹਨੇ ਇਹ ਗੱਲ ਕਹੀ ਸੀ। ਬਟ ਇਹ ਗੱਲ ਨਹੀਂ ਨਾ ਹੁੰਦੀ ਸਿਰਫ ਉਹ ਇਨਵਾਇਰਨਮੈਂਟ ਦੀ ਗੱਲ ਕਰਦਾ ਹੈ, ਬਟ ਇਹ ਵੀ ਹੁੰਦਾ ਉਹਦੇ ਉੱਤੇ ਸਾਰੀ ਚੀਜ਼ਾਂ ਇਫੈਕਟ ਕਰਦੀ, ਉਹਦੀ ਹੈਰੀਡਿਟੀ, ਉਹਦੇ ਪੇਰੈਂਟਸ ਦਾ ਜਿਹੜਾ ਰੋਲ ਪਲੇ ਹੁੰਦਾ, ਮਤਲਬ ਉਹਦੇ ਮਤਲਬ ਕਿ ਉਹਨੂੰ ਕਿਸ ਤਰ੍ਹਾਂ ਦੇ ਗੁਣ ਮਿਲਿਆ, ਔਗੁਣ ਮਿਲਿਆ। ਇਸ ਤੋਂ ਇਲਾਵਾ ਜਿਹੜਾ ਇੱਕ ਮਤਲਬ ਕਿ ਬੱਚੇ ਦੇ ਉੱਪਰ ਇਨਵਾਇਰਨਮੈਂਟ, ਉਸਦਾ ਜਿਹੜੇ ਫਰੈਂਡ ਸਰਕਲ ਆ ਉਹ ਕਿੱਦਾਂ ਦਾ, ਮਤਲਬ ਕਿ ਉਹ ਜਿਹੜੇ ਮਤਲਬ ਕਿ ਗੁਆਂਢ ਦੇ ਵਿੱਚ ਰਹਿੰਦਾ ਉਸਦਾ ਉੱਪਰ ਉਹਦੇ ਕੀ ਅਸਰ ਹੋ ਰਿਹਾ, ਉਹ ਸਾਰੀ ਚੀਜ਼ਾਂ ਕੰਮ ਕੀਤੀਆਂ ਜਾਂਦੀਆਂ ਨੇ। ਜਿਵੇਂ ਕਿ ਇਹਦੇ ਵਿੱਚ ਡੈਫੀਨੇਸ਼ਨ ਨੇ, ਕੁਝ ਆਪਾਂ ਡੈਫੀਨੇਸ਼ਨ ਦੀ ਗੱਲ ਕਰ ਲੈਣ, ਇਹਦੇ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਨੇ, ਜਿਹਦੇ ਵਿੱਚ ਪਹਿਲੀ ਹੈ ਜੀ ਵਾਟਸਨ ਦੀ ਦਿੱਤੀ ਹੋਈ। ਵਾਟਸਨ ਕਹਿੰਦਾ ਸਾਈਕੋਲੋਜੀ ਇਜ਼ ਦਾ ਪੋਜ਼ਿਟਿਵ ਸਾਇੰਸ ਆਫ ਬਿਹੇਵੀਅਰ। ਉਹ ਗੱਲ ਕਰਦਾ ਵੀ ਜਿਹੜਾ ਮਨੋਵਿਗਿਆਨ ਆ, ਠੀਕ ਹੈ, ਉਹ ਵਿਵਹਾਰ ਦਾ ਕੀ ਹੈ ਜੀ ਸਕਾਰਾਤਮਕ ਵਿਗਿਆਨ ਆ, ਮਤਲਬ ਕਿ ਪੋਜ਼ਿਟਿਵਿਟੀ ਦੀ ਗੱਲ ਕਰਦਾ, ਵੀ ਵਿਵਹਾਰ ਦੇ ਪੋਜ਼ਿਟਿਵ ਪੁਆਇੰਟ ਦੀ ਗੱਲ ਕਰਦਾ। ਅੱਗੇ ਜੇ ਆਪਾਂ ਗੱਲ ਕਰੀਏ ਦੂਸਰੀ ਦੀ ਪਰਿਭਾਸ਼ਾ ਦਿੱਤੀ ਸੀ ਕਰੋ ਐਂਡ ਕਰੋ। ਇਹ ਦੋਨੇ ਹੀ ਪਰਿਭਾਸ਼ਾਵਾਂ ਨੇ ਦੋਸਤੋ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ, ਇੱਕ ਵਾਟਸਨ ਦੀ ਆ ਤੇ ਇੱਕ ਕਰੋ ਐਂਡ ਕਰੋ ਦੀ ਆ। ਕਰੋ ਐਂਡ ਕਰੋ ਕੀ ਕਹਿੰਦਾ ਕਿ ਜਿਹੜਾ ਮਨੋਵਿਗਿਆਨ ਆ ਇਹ ਮਨੁੱਖੀ ਵਿਵਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਆ, ਠੀਕ ਹੈ। ਇਹਨੇ ਸਾਰੀ ਗੱਲ ਸਪਸ਼ਟ ਕਰਤੀ ਕਿ ਇਹ ਮਨੁੱਖੀ ਵਿਵਹਾਰ ਨੂੰ ਵੀ ਮਤਲਬ ਕਿ ਉਹਦਾ ਅਧਿਐਨ ਕਰਦਾ ਤੇ ਉਹਦੇ ਮਨੁੱਖੀ ਸੰਬੰਧ ਵੀ ਜਿਹੜੇ ਉਹਦੇ ਮਤਲਬ ਕਿ ਫੈਮਿਲੀ ਫਰੈਂਡਸ ਹੋ ਗਏ ਹਨਾ, ਉਹਦੇ ਰਿਸ਼ਤੇਦਾਰ ਹੋ ਗਏ, ਮਤਲਬ ਕਿ ਜਿਹੜੇ ਉਹਦੇ ਅੰਡਰ ਆਉਂਦੇ ਆ ਉਹਨਾਂ ਸਾਰਿਆਂ ਦਾ ਅਧਿਐਨ ਕਰਦਾ ਹੈ। ਠੀਕ ਹੈ, ਇਹ ਸਾਰੀ ਗੱਲਾਂ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਰਿਪੀਟ ਕਰਵਾਉਣਾ ਹੈ ਕਿ ਮਨੋਵਿਗਿਆਨ ਕੀ ਆ, ਮਨੁੱਖੀ ਵਿਵਹਾਰ ਦਾ ਵਿਗਿਆਨਿਕ ਅਧਿਐਨ ਹੈ, ਠੀਕ ਹੈ, ਸਾਇੰਟੀਫਿਕ ਮੈਥਡ ਹੈ ਇਹ। ਦੂਸਰੀ ਗੱਲ ਤੇ ਮਨੋਵਿਗਿਆਨ ਲਈ ਸਾਈਕੋਲੋਜੀ ਸ਼ਬਦ ਜਿਹੜਾ ਉਹ ਰੁਡੋਲਫ ਵੋਲਕਾਈ ਨੇ ਯੂਜ਼ ਕੀਤਾ ਸੀਗਾ। ਨੈਕਸਟ ਗੱਲ ਕਰਦੇ ਹਾਂ ਜੀ ਵੀ ਸਾਈਕੋਲੋਜੀ ਜਿਹੜੇ ਦੋ ਸ਼ਬਦਾਂ ਤੋਂ ਨਿਕਲ ਕੇ ਆਏ ਜੀ, ਦੋ ਸ਼ਬਦ ਕਿਹੜੇ ਨੇ ਉਹ ਸਾਈਕੀ ਪਲੱਸ ਲੌਗਸ। ਸਾਈਕੀ ਦਾ ਮਤਲਬ ਹੁੰਦਾ ਜੀ ਆਤਮਾ ਤੇ ਲੌਗਸ ਦਾ ਮਤਲਬ ਹੁੰਦਾ ਗਿਆਨ। ਕਿਸ ਚੀਜ਼ ਦਾ ਗਿਆਨ ਜੀ? ਆਤਮਾ ਦੇ ਗਿਆਨ ਦੀ ਗੱਲ ਕਰਦੇ ਹਾਂ, ਠੀਕ ਹੈ। ਇਹ ਸਭ ਤੋਂ ਪਹਿਲਾਂ ਮਤਲਬ ਕਿ ਕਹਿਣ ਵਾਲੇ ਵਿਅਕਤੀ ਸੀ ਅਰਸਤੂ, ਪਲੈਟੋ, ਦਕਾਰਤ ਤੇ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਸੀ, ਇਹਨਾਂ ਨੇ ਜੋ ਹੈ ਇਸ ਲਈ ਗੱਲ ਕੀਤੀ ਦਰਾਕਤ ਨੇ। ਤੇ ਇਸ ਤੋਂ ਬਾਅਦ ਸਟੱਡੀ ਐਜ਼ ਮਾਈਂਡ। ਸਟੱਡੀ ਐਜ਼ ਮਾਈਂਡ ਮਤਲਬ ਕਿ ਇਹ ਕਿਹਾ ਗਿਆ ਸੀ ਉਸ ਤੋਂ ਬਾਅਦ ਜਦੋਂ ਮਤਲਬ ਕਿ ਆਤਮਾ ਦੀ ਗੱਲ ਨੂੰ ਨਕਾਰਿਆ ਗਿਆ ਤਾਂ ਫਿਰ ਮਨ ਦੀ ਗੱਲ ਹੈ ਕਿ ਮਨ ਦੀ ਸਟੱਡੀ ਆ। ਬਟ ਬਾਅਦ ਦੇ ਵਿੱਚ ਮਨ ਦੀ ਸਟੱਡੀ ਨੂੰ ਵੀ ਨਕਾਰ ਦਿੱਤਾ ਗਿਆ ਵੀ ਕਿਉਂਕਿ ਜਿਵੇਂ ਕਿ ਆਪਾਂ ਆਤਮਾ ਨੂੰ ਇੱਕ ਰੱਬ ਨਾਲ ਜੋੜਿਆ ਜਾਂਦਾ, ਠੀਕ ਹੈ। ਫਿਰ ਰੱਬ ਜਿਹੜਾ ਆਪਾਂ ਰਿਸ਼ੀ ਮੁਨੀ ਹੋਇਆ ਹਨਾ ਜਾਂ ਜਿੰਨੇ ਵੀ ਲੋਕ ਹੋਇਆ ਉਹ ਇਹ ਕਹਿੰਦੇ ਵੀ ਆਤਮਾ
ਨੂੰ ਜਿਹੜਾ ਰੱਬ ਨਾਲ ਜੋੜਿਆ ਜਾਂਦਾ, ਠੀਕ ਹੈ, ਤਾਂ ਕਰਕੇ ਇਸ ਨੂੰ ਨਕਾਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਮਨ ਦੀ ਗੱਲ ਆਈ ਸੀ। ਮਨ ਦੀ ਗੱਲ ਵੀ ਸੇਮ ਹੀ ਸੀ ਵੀ ਆਪਾਂ ਖੁਦ ਦਾ ਮਨ ਪੜ੍ਹ ਸਕਦੇ ਹਾਂ ਨਾ, ਦੂਸਰੇ ਦਾ ਮਨ ਨਹੀਂ ਪੜ੍ਹ ਸਕਦੇ, ਇਸ ਕਰਕੇ ਇਹਨੂੰ ਵੀ ਨਕਾਰ ਦਿਆ। ਇਹਦੀ ਕੋਈ ਪਲੇਸ ਨਹੀਂ ਹੈ, ਕਿੱਥੇ ਇਹਦੀ ਹੋਂਦ ਆ ਉਹ ਕੁਛ ਨਹੀਂ ਪਤਾ ਆਪਾਂ ਨੂੰ। ਤਾਂ ਦੂਸਰੀ ਗੱਲ ਜਿਹੜਾ ਅਗਲਾ ਸੀ ਸਟੱਡੀ ਐਜ਼ ਕੌਨਸ਼ੀਅਸਨੈਸ। ਸਟੱਡੀ ਐਜ਼ ਕੌਨਸ਼ੀਅਸਨੈਸ ਮਤਲਬ ਕਿ ਇੱਕ ਚੇਤਨਾ ਦੀ ਗੱਲ ਹੋਈ, ਪਰ ਆਪਣੇ ਮਾਈਂਡ ਦੇ ਵਿੱਚ ਚੇਤਨਾ ਕਿੰਨੇ % ਆ? ਸਿਰਫ 10%। ਇਸ ਕਰਕੇ ਇਹ ਤੁੱਛ ਮਤਲਬ ਕਿ ਇਹਨੂੰ ਮੰਨਾਂਗੇ ਵੀ ਤੁੱਛ ਭਾਗ ਹੀ ਹੈ ਇਹ, ਤੇ ਇਸ ਕਰਕੇ ਇਹਦੀ ਸਟੱਡੀ ਕਰਨੀ ਮਨੋਵਿਗਿਆਨ ਦੇ ਵਿੱਚ ਬਹੁਤ ਘੱਟ ਹੈ। ਇਸ ਤੋਂ ਬਾਅਦ ਗੱਲ ਕੀਤੀ ਗਈ ਜੀ ਸਟੱਡੀ ਐਜ਼ ਬਿਹੇਵੀਅਰ। ਸਟੱਡੀ ਐਜ਼ ਬਿਹੇਵੀਅਰ ਦੇ ਵਿੱਚ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਮਨੁੱਖ ਦੇ ਵਿਵਹਾਰ ਦੀ ਗੱਲ ਹੁੰਦੀ ਹੈ, ਮਨੁੱਖ ਨੂੰ ਸਮਝਿਆ ਜਾਂਦਾ, ਤੇ ਇਹਦੀ ਜੋ ਪਰਿਭਾਸ਼ਾਵਾਂ ਨੇ, ਇਹਦੇ ਡੈਫੀਨੇਸ਼ਨਸ ਨੇ, ਉਹਦੇ ਉੱਪਰ ਜੋ ਹੈ ਆਪਾਂ ਗੱਲ ਕਲੀਅਰ ਕਰਤੀ ਵਾਟਸਨ ਤੇ ਕ੍ਰੋ ਐਂਡ ਕ੍ਰੋ ਨੇ। ਇਹ ਸਾਰੀਆਂ ਗੱਲਾਂ ਤੁਸੀਂ ਜਿਹੜੀ ਯਾਦ ਰੱਖਣੀਆਂ ਨੇ ਵੀ ਕਿਸ ਤਰ੍ਹਾਂ ਜਿਹੜਾ ਸਾਈਕੋਲੋਜੀ ਸ਼ਬਦ ਇਹ ਜਿਹੜੇ ਇਹਦੇ ਵਿੱਚੋਂ ਪ੍ਰਸ਼ਨ ਬਣਦੇ ਆ ਉਹ ਇੰਪੋਰਟੈਂਟ ਬਣਦੇ ਵੀ ਸਾਈਕੋਲੋਜੀ ਸ਼ਬਦ ਕਿਹੜੀ ਭਾਸ਼ਾ ਦਾ ਜਿਹੜਾ ਸ਼ਬਦ ਹੈ, ਇਸ ਦਾ ਮੀਨਿੰਗ ਕੀ ਹੈ, ਇਹ ਸਾਰੀਆਂ ਗੱਲਾਂ ਇਹਦੇ ਵਿੱਚ ਜਿਹੜੀਆਂ ਆ ਜਾਂਦੀਆਂ ਨੇ। ਦੋਸਤੋ ਆਪਾਂ ਨੇ ਜਿਹੜੀ ਗੱਲ ਕਰੀ ਸੀ ਨਾ ਸਾਈਕੋਲੋਜੀ ਦੇ ਮੀਨਿੰਗ ਵੀ ਹੋ ਗਿਆ ਆਪਣਾ, ਠੀਕ ਹੈ, ਤੇ ਕੀ ਮਤਲਬ ਕਿ ਇਹਦੀਆਂ ਪਰਿਭਾਸ਼ਾਵਾਂ ਨੇ ਜਿਹੜੀਆਂ ਵੱਖ-ਵੱਖ ਵਿਦਵਾਨਾਂ ਨੇ ਦਿੱਤੀਆਂ ਨੇ। ਅੱਗੇ ਆਪਾਂ ਇਹਦਾ ਦੋਸਤੋ ਜਿਹੜਾ ਮਤਲਬ ਕਿ ਇਹਨੂੰ ਸਾਇੰਸ ਕਿਉਂ ਕਿਹਾ ਗਿਆ ਉਹਦੀ ਗੱਲ ਕਰਾਂਗੇ, ਇਹਦੇ ਸਕੋਪ ਕੀ ਹੈ ਉਹਦੀ ਗੱਲ ਕਰਾਂਗੇ। ਜਿਵੇਂ ਕਿ ਇਹਦੇ ਸਾਇੰਸ ਦੇ ਵਿੱਚ ਕੀ ਗੱਲ ਹੈ, ਜਿਵੇਂ ਇਹਨੂੰ ਸਾਇੰਸ ਕਿਉਂ ਕਿਹਾ ਗਿਆ। ਤੁਹਾਨੂੰ ਪਤਾ ਹੈ ਦੋਸਤੋ ਕਿ ਸਾਇੰਸ ਕੀ ਹੁੰਦੀ ਹੈ। ਸਾਇੰਸ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਮਤਲਬ ਕਿ ਵੈਰੀਫਾਈ ਕਰ ਸਕਦੇ ਆਪਾਂ ਹਨਾ, ਜਿਨ੍ਹਾਂ ਦੇ ਸਿੱਟੇ ਨਿਕਲਦੇ, ਜਿਹਨੂੰ ਪ੍ਰਯੋਗਸ਼ਾਲਾ ਵਿੱਚ ਪਰਖਿਆ ਜਾਂਦਾ, ਮਤਲਬ ਕਿ ਐਕਸਪੈਰੀਮੈਂਟ ਕੀਤੇ ਜਾਂਦੇ ਜਿਸ ਚੀਜ਼ ਦੇ, ਉਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਨਾ ਸਾਇੰਸ ਦੇ ਅੰਡਰ। ਤਾਂ ਇਹ ਇੱਕ ਸਾਇੰਸ ਕਿਵੇਂ ਆ, ਦੇਖੋ ਆਬਜ਼ਰਵੇਸ਼ਨ, ਠੀਕ ਹੈ, ਮਤਲਬ ਕਿ ਨਿਰੀਖਣ, ਇਹਦਾ ਨਿਰੀਖਣ ਕੀਤਾ ਜਾ ਸਕਦਾ ਕਿ ਨਹੀਂ, ਬਿਲਕੁਲ ਇਹਦਾ ਨਿਰੀਖਣ ਕੀਤਾ ਜਾ ਸਕਦਾ, ਇਸ ਲਈ ਇਹ ਇੱਕ ਸਾਇੰਸ ਹੈ। ਇਸ ਤੋਂ ਬਾਅਦ ਰਿਕਾਰਡਿੰਗ ਆਫ ਆਬਜ਼ਰਵੇਸ਼ਨ, ਮਤਲਬ ਕਿ ਜਿਹੜਾ ਆਪਾਂ ਨਿਰੀਖਣ ਕੀਤਾ ਕੀ ਉਹਦੇ ਰਿਕਾਰਡਿੰਗ ਕੀਤੀ ਜਾ ਸਕਦੀ ਹੈ, ਉਹਦੇ ਰਿਕਾਰਡ ਰੱਖੇ ਜਾ ਸਕਦੇ ਆ, ਬਿਲਕੁਲ ਉਹ ਇਸੇ ਕਰਕੇ ਇਹ ਸਾਰੀ ਚੀਜ਼ਾਂ ਦੇ ਵਿੱਚ ਰਿਕਾਰਡ ਵੀ ਕੀਤੇ ਜਾ ਸਕਦੇ ਜਿਹੜੇ ਦੀ ਨਿਰੀਖਣ ਕੀਤਾ ਗਿਆ। ਇਸ ਤੋਂ ਬਾਅਦ ਕਲਾਸੀਫਿਕੇਸ਼ਨ ਆਫ ਫੈਕਟਸ, ਜਿਹੜੇ ਤੱਥ ਨੇ ਉਹਨਾਂ ਦਾ ਵਰਗੀਕਰਨ ਅਸੀਂ ਇਹਦੇ ਵਿੱਚ ਕਰ ਸਕਦੇ ਹਾਂ। ਦੋਸਤੋ ਇਹ ਸਾਰੇ ਮਤਲਬ ਮੈਂ ਪੁਆਇੰਟ ਨੇ ਜਿਹੜੇ ਇੰਗਲਿਸ਼ ਦੇ ਵਿੱਚ ਲਿਖਿਆ, ਬਟ ਇਹ ਨਾ ਸਮਝਣਾ ਕਿ ਸਿਰਫ ਇੰਗਲਿਸ਼ ਦੇ ਵਿੱਚ, ਪੰਜਾਬੀ ਦੇ ਵਿੱਚ ਨਾਲ ਤੁਹਾਨੂੰ ਸਮਝਾ ਰਿਹਾ ਤਾਂ ਕਿ ਤੁਹਾਨੂੰ ਇਹ ਸਮਝਣ ਦੇ ਵਿੱਚ ਜ਼ਿਆਦਾ ਦਿੱਕਤ ਨਾ ਹੋਵੇ। ਨੈਕਸਟ ਗੱਲ ਹੈ ਜਿਵੇਂ ਜੀ ਐਨਾਲਾਈਸਿਸ ਐਂਡ ਜਨਰਲਾਈਜੇਸ਼ਨ, ਮਤਲਬ ਕਿ ਇਹਦਾ ਵਿਸ਼ਲੇਸ਼ਣ ਕਰ ਸਕਦੇ ਹਾਂ ਆਪਾਂ, ਠੀਕ ਹੈ, ਕੋਈ ਵੀ ਚੀਜ਼ ਦਾ ਵਿਸ਼ਲੇਸ਼ਣ ਉਹ ਸਾਇੰਸ ਦੇ ਵਿੱਚ ਆਪਾਂ ਹਰ ਚੀਜ਼ ਨੂੰ ਪਰਖਦੇ ਹਾਂ, ਠੀਕ ਹੈ, ਤਰਕ ਦੇ ਆਧਾਰ ਤੇ, ਉਹੀ ਸਾਰੀਆਂ ਗੱਲਾਂ ਇਹਦੇ ਵਿੱਚ ਹੈਗੀਆਂ ਨੇ, ਇਸੇ ਕਰਕੇ ਇਹਨੂੰ ਸਾਇੰਸ ਮੰਨਿਆ ਗਿਆ, ਠੀਕ ਹੈ, ਸਾਈਕੋਲੋਜੀ ਨੂੰ। ਇਸ ਤੋਂ ਬਾਅਦ ਯੂਨੀਵਰਸਲ ਦਾ ਮਤਲਬ ਹੁੰਦਾ ਜੀ ਸਰਵ ਵਿਆਪਕ। ਕੀ ਹੁੰਦਾ ਜੀ? ਸਰਵ ਵਿਆਪਕ, ਠੀਕ ਹੈ, ਸਰਵ ਵਿਆਪਕ ਉਹ ਹੁੰਦੀ ਹੈ ਮਤਲਬ ਜਿਸ ਨੂੰ ਹਰ ਜਿਹਦੇ ਨਤੀਜੇ ਨੇ ਜਿਹੜੇ ਸਹੀ ਨਿਕਲਦੇ ਨੇ, ਸੱਚ ਹਰ ਜਗ੍ਹਾ ਉੱਤੇ ਸਿੱਧ ਹੁੰਦੇ ਆ ਜਿਹਦੇ, ਠੀਕ ਹੈ, ਹਰ ਜਗ੍ਹਾ ਉੱਤੇ ਨੂੰ ਜਿਹੜੇ ਦੇ ਸਿੱਟੇ ਨਿਕਲਦੇ ਆ ਮਤਲਬ ਕਿ ਉਹਨੂੰ ਲਾਗੂ ਕਰ ਸਕਦੇ ਆ, ਸਰਵ ਵਿਆਪਕ ਨੇ ਉਹ, ਠੀਕ ਹੈ। ਨੈਕਸਟ ਗੱਲ ਕਰਦੇ ਜੀ ਵੈਲਿਡਿਟੀ। ਵੈਲਿਡਿਟੀ ਮਤਲਬ ਕੀ ਹੁੰਦਾ ਵੀ ਉਹਦੀ ਪ੍ਰਮਾਣਿਕਤਾ ਹੈ, ਵੀ ਵੈਲਿਡ ਹੈ ਚੀਜ਼, ਹਾਂ ਬਿਲਕੁਲ ਵੈਲਿਡ ਹੈਗਾ ਜੀ, ਤਾਂ ਹੀ ਇਹਨੂੰ ਸਾਇੰਸ ਦੇ ਵਿੱਚ ਲਿਆਂਦਾ ਗਿਆ। ਨੈਕਸਟ ਗੱਲ ਕਰਦੇ ਜੀ ਪ੍ਰੈਡਿਕਸ਼ਨ ਹੁੰਦਾ ਮਤਲਬ ਕਿ ਜਿਹੜੇ ਆਪਾਂ ਤੱਥ ਕੱਢਿਆ, ਜਿਹਨੂੰ ਆਪਾਂ ਭਵਿੱਖਬਾਣੀ ਕਹਿੰਦੇ, ਪ੍ਰੈਡਿਕਸ਼ਨ ਮਤਲਬ ਕਿ ਜਿਹੜੇ ਆਪਾਂ ਤੱਥ ਕੱਢਿਆ ਉਹਦੇ ਆਧਾਰ ਤੇ ਆਪਾਂ ਕਿਸੇ ਚੀਜ਼ ਦੀ ਭਵਿੱਖਬਾਣੀ ਕਰਦੇ ਹਾਂ ਕਿ ਅੱਗੇ ਇਨ ਫਿਊਚਰ ਵੀ ਮਤਲਬ ਕਿ ਕਿਸੇ ਵੀ ਚੀਜ਼ ਦੇ ਕੋਈ ਫਾਇਦੇ ਹੋ ਸਕਦੇ। ਜਿਵੇਂ ਇੱਕ ਬੱਚਾ ਨਾ ਉਹਦੇ ਵਿਵਹਾਰ ਉਹਦਾ ਐਨਾਲਾਈਸਿਸ ਕਰਦੇ ਜਦੋਂ ਆਪਾਂ, ਤਾਂ ਆਪਾਂ ਪਤਾ ਲੱਗਦਾ ਕਿ ਹਾਂ ਇਹਦਾ ਜਿਹੜਾ ਮਤਲਬ ਕਿ ਨੇਚਰ ਹੈ, ਇਹਦੇ ਮਤਲਬ ਕੀ ਇਹਦੇ ਉੱਤੇ ਇਫੈਕਟ ਪਿਆ, ਅੱਗੇ ਇਹਦਾ ਮਤਲਬ ਕਿ ਕਿਸ ਤਰ੍ਹਾਂ ਦਾ ਬਿਹੇਵ ਰਹੂਗਾ, ਉਹਦੇ ਕਾਰਨ ਇਹਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ, ਪ੍ਰੈਡਿਕਸ਼ਨ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਇਹ ਸਕੋਪ ਦੀ ਗੱਲ ਕਰਦੇ ਜੀ, ਮਨੋਵਿਗਿਆਨ ਦਾ ਸਕੋਪ ਹੈ ਨਾ, ਕਿ ਜਿਵੇਂ ਮੈਨੂੰ ਸਮਝਾਇਆ, ਜਿਸ ਤਰ੍ਹਾਂ ਦੀ ਪਰਿਭਾਸ਼ਾਵਾਂ ਦੱਸੇ ਨੇ, ਤੁਹਾਨੂੰ ਥੋੜਾ ਇਹਦਾ ਪਤਾ ਚੱਲ ਗਿਆ ਹੋਵੇਗਾ ਇਹਦੇ ਸਕੋਪ ਦੇ ਵਿੱਚ ਕੀ ਕੁਝ ਆਵੇਗਾ। ਜਿਵੇਂ ਕਿ ਮੈਂ ਇੱਥੇ ਲਿਖਿਆ ਹੋਇਆ ਮੈਂਟਲੀ, ਫਿਜ਼ੀਕਲੀ ਐਂਡ ਇਮੋਸ਼ਨਲੀ ਪ੍ਰੋਸੈਸ, ਮਤਲਬ ਕਿ ਸਾਰੀਆਂ ਜੋ ਪ੍ਰਕਿਰਿਆਵਾਂ ਨੇ ਹਨਾ, ਜਿਵੇਂ ਕਿ ਉਹਦੇ ਮਤਲਬ ਕਿ ਮੈਂਟਲੀ ਉਹਦੇ ਜਿੰਨੇ ਵੀ ਦਿਮਾਗੀ ਤੌਰ ਤੇ ਸਾਰੀਆਂ ਪ੍ਰਕਿਰਿਆਵਾਂ, ਚਾਹੇ ਉਹ ਸੋਚਦਾ ਹੈ ਕਿਸ ਤਰ੍ਹਾਂ ਦਾ, ਮਤਲਬ ਸਾਰੀਆਂ ਗੱਲਾਂ ਸੋਚਣ ਦੀ ਹੋਵੇ, ਯਾਦ ਸ਼ਕਤੀ ਹੋ, ਕੁਝ ਬੱਚੇ ਹੁੰਦੇ ਆ ਪੜ੍ਹਨ ਦੇ ਵਿੱਚ ਕਾਫੀ ਮਤਲਬ ਕਿ ਤੇਜ਼ ਹੁੰਦੇ ਆ, ਕੁਝ ਮਤਲਬ ਕਿ ਥੋੜੇ ਵੀਕ ਹੁੰਦੇ ਆ, ਉਹ ਸਾਰੀਆਂ ਗੱਲਾਂ ਨੂੰ ਇਹਦੇ ਵਿੱਚ ਦੇਖਦੇ ਹੁੰਦੇ, ਮੈਂਟਲੀ ਪ੍ਰੋਸੈਸ ਵੀ ਉਹਦਾ ਨੋਟ ਕੀਤਾ ਜਾਂਦਾ। ਉਸ ਤੋਂ ਬਾਅਦ ਫਿਜ਼ੀਕਲ ਅਪੀਅਰੈਂਸ, ਮਤਲਬ ਕਿ ਉਹਦਾ ਭਾਰ, ਉਹਦਾ ਕੱਦ, ਸਾਰੀ ਚੀਜ਼ਾਂ ਜਿਹੜੀਆਂ ਉਹਦੇ ਫਿਜ਼ੀਕਲ ਸਰੀਰਕ ਤੌਰ ਤੇ ਜਿਹੜੀਆਂ ਉਹਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਵੀ ਇਹਦੇ ਵਿੱਚ ਅਧਿਐਨ ਕੀਤਾ ਜਾਂਦਾ। ਕਾਹਦੇ ਵਿੱਚ ਜੀ? ਮਨੋਵਿਗਿਆਨ ਦੇ ਵਿੱਚ। ਨੈਕਸਟ ਗੱਲ ਹੈ ਜੀ ਵੀ ਜਿਹੜੀ ਹੈ ਸਾਈਕੋਲੋਜੀ, ਇਹਦੇ ਵਿੱਚ ਇਮੋਸ਼ਨ ਦੀ ਗੱਲ ਹੁੰਦੀ ਹੈ। ਇਮੋਸ਼ਨ, ਠੀਕ ਹੈ, ਕਿਸੇ ਪ੍ਰਤੀ ਉਹ ਗੁੱਸਾ ਦਿਖਾਉਂਦਾ ਹੈ, ਕਿਸੇ ਪ੍ਰਤੀ ਪਿਆਰ, ਸਨੇਹ, ਜਿਵੇਂ ਜਿਸ ਤਰ੍ਹਾਂ ਦਾ ਉਹਨੂੰ ਮਤਲਬ ਕਿ ਇਨਵਾਇਰਮੈਂਟ ਮਿਲਦਾ, ਕਿਸੇ ਪ੍ਰਤੀ ਤਾਂ ਉਹ ਜ਼ਿਆਦਾ ਮਤਲਬ ਕਿ ਲਗਾਵ ਰੱਖਦਾ ਹੈ ਨਾ, ਕਿਸੇ ਪ੍ਰਤੀ ਉਹ ਥੋੜਾ ਵੈਰ ਰੱਖਦਾ। ਇਹ ਸਾਰੇ ਮਤਲਬ ਕਿ ਚੀਜ਼ਾਂ ਦਾ ਜਿਹੜਾ ਅਧਿਐਨ ਹੈ ਉਹ ਕਾਹਦੇ ਵਿੱਚ ਕੀਤਾ ਜਾਂਦਾ ਜੀ? ਮਨੋਵਿਗਿਆਨ ਦੇ ਵਿੱਚ ਕੀਤਾ ਜਾਂਦਾ, ਠੀਕ ਹੈ, ਇਹਦੇ ਸਕੋਪ ਦੇ ਵਿੱਚ ਆ ਗਿਆ। ਇਸ ਤੋਂ ਇਲਾਵਾ ਇਹਦੀਆਂ ਬ੍ਰਾਂਚਸ ਵੀ ਬਣੀਆਂ ਹੋਈਆਂ, ਬ੍ਰਾਂਚਸ, ਜਿਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਸ਼ਾਖਾਵਾਂ, ਠੀਕ ਹੈ। ਇਹ ਸ਼ਾਖਾਵਾਂ ਨੇ ਜਿਹੜੀਆਂ ਇਸ ਦੇ ਉੱਪਰ ਇਹਦੇ ਫੀਲਡ ਦਾ ਵੀ ਪਤਾ ਚੱਲ ਜਾਂਦਾ, ਇਹਦਾ ਸਕੋਪ ਸਿਰਫ ਇੱਥੇ ਤੱਕ ਹੀ ਨਹੀਂ ਰੁਕਦਾ, ਅੱਗੇ ਹੋਰ ਵੀ ਚਲਾ ਜਾਂਦਾ। ਜਿਹੜੇ ਬ੍ਰਾਂਚਸ ਨੇ ਉਹਦੇ ਅਕੋਰਡਿੰਗ ਇਹਦਾ ਜੋ ਸਕੋਪ ਹੈ ਕੀ ਬਣਦਾ ਉਹ ਦੇਖਦੇ ਆਪਾਂ
ਜਿਵੇਂ ਕਿ ਸਧਾਰਨ ਮਨੋਵਿਗਿਆਨ ਅਤੇ ਅਸਧਾਰਨ ਮਨੋਵਿਗਿਆਨ। ਠੀਕ ਹੈ, ਸਧਾਰਨ ਮਨੋਵਿਗਿਆਨ ਤਾਂ ਜਿਹੜੇ ਨਾਰਮਲ ਪਰਸਨ ਹੁੰਦੇ ਸਾਰੇ ਹੀ ਉਹਨਾਂ ਦੀ ਗੱਲ ਕਰਦਾ ਇਹਦੇ ਵਿੱਚ। ਠੀਕ ਹੈ, ਉਹਨਾਂ ਦਾ ਇਹਦੇ ਵਿੱਚ ਅਧਿਐਨ ਕੀਤਾ ਜਾਂਦਾ। ਪਰ ਅਬਨੋਰਮਲ, ਠੀਕ ਹੈ, ਅਸਧਾਰਨ ਵਿਅਕਤੀ ਜੋ ਥੋੜੇ ਤੋਂ ਮਤਲਬ ਕਿ ਕਿਸੇ ਤਰ੍ਹਾਂ, ਠੀਕ ਹੈ, ਕੋਈ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਮਤਲਬ ਕਿ ਇਫੈਕਟ ਪੈ ਗਿਆ, ਜਾਂ ਤਾਂ ਮਤਲਬ ਕਿ ਉਹ ਜਨਮਜਾਤ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਰੀਜ਼ਨ ਹੋ ਸਕਦੇ ਆ। ਜੋ ਅਬਨੋਰਮਲ ਬੱਚੇ ਹੁੰਦੇ ਆ ਜਾਂ ਅਬਨੋਰਮਲ ਪਰਸਨ ਹੁੰਦੇ ਆ ਉਹਨਾਂ ਉੱਪਰ ਇਹਦਾ ਜੋ ਹੈ ਅਧਿਐਨ ਦੇ ਵਿੱਚ ਕੀਤਾ ਜਾਂਦਾ ਹੈ। ਨੈਕਸਟ ਗੱਲ ਕਰਦੇ ਜੀ ਮਨੁੱਖੀ ਮਨੋਵਿਗਿਆਨ ਅਤੇ ਪਸ਼ੂ ਮਨੋਵਿਗਿਆਨ। ਠੀਕ ਹੈ, ਇਹ ਦੋ ਚੀਜ਼ਾਂ ਦੀ ਗੱਲ ਕਰਦੇ ਆ ਵੀ ਇਹ ਨਹੀਂ ਹੈਗਾ ਵੀ ਮਨੋਵਿਗਿਆਨ ਦੇ ਵਿੱਚ ਸਿਰਫ ਮਨੁੱਖਾਂ ਦੀ ਹੀ ਗੱਲ ਕੀਤੀ ਆ, ਉਹਦੇ ਵਿਵਹਾਰ ਨੂੰ ਐਨਾਲਾਈਸਿਸ ਕੀਤਾ ਜਾਂਦਾ, ਬਲਕਿ ਇਹਦੇ ਵਿੱਚ ਪਸ਼ੂਆਂ ਦਾ ਵੀ ਐਨਾਲਾਈਜ਼ ਕੀਤਾ ਜਾ ਸਕਦਾ। ਜਿਵੇਂ ਆਪਾਂ ਅੱਗੇ ਪੜਾਂਗੇ ਕੁਝ ਥਿਓਰੀਆਂ ਦਿੱਤੀਆਂ ਹੋਈਆਂ ਨੇ ਕੁਝ ਵਿਦਵਾਨਾਂ ਨੇ, ਜਿਵੇਂ ਥੋਰਨਡਾਈਕ ਨੇ ਬਿੱਲੀ ਉੱਪਰ ਹੈ ਨਾ ਪ੍ਰਯੋਗ ਕੀਤਾ ਸੀ। ਪਾਵਲੋਵ ਨੇ ਜਿਹੜਾ ਸੀਗਾ ਉਹਨੇ ਕਿਹਦੀ ਕੀਤਾ ਸੀ, ਕੁੱਤੇ ਦੇ ਉੱਪਰ। ਸਕਿਨਰ ਨੇ ਇੱਕ ਚੂਹੇ ਦੇ ਉੱਪਰ ਕੀਤਾ ਸੀ। ਇਹ ਸਾਰੇ ਵਿਦਵਾਨਾਂ ਨੇ ਪਸ਼ੂਆਂ ਉੱਪਰ ਮਤਲਬ ਕਿ ਉਹ ਕੀਤਾ ਸੀ, ਇਹਨਾਂ ਨੇ ਰਿਸਰਚ ਕੀਤੀ ਸੀ। ਕਾਰਨ ਇਹ ਸੀਗਾ ਵੀ ਉਹ ਕੰਪੈਰੀਜ਼ਨ ਕਰਦੇ ਸੀ, ਉਹਨਾਂ ਦਾ ਤੁਲਨਾ ਕਰਦੇ ਸੀ ਉਹਨਾਂ ਦੀ, ਤਾਂ ਕਿ ਵੀ ਉਹਦੇ ਹਿਸਾਬ ਨਾਲ ਮਨੁੱਖ ਦੇ ਵਿਵਹਾਰ ਨੂੰ ਵੀ ਅੱਗੇ ਜਿਹੜਾ ਸਮਝਿਆ ਜਾ ਸਕੇ। ਠੀਕ ਹੈ, ਇਸ ਕਰਕੇ ਇਹਦੇ ਵਿੱਚ ਪਸ਼ੂਆਂ ਦੇ ਨੂੰ ਵੀ ਮਤਲਬ ਉਹਨਾਂ ਦੇ ਵਿਵਹਾਰ ਨੂੰ ਵੀ ਸਮਝਿਆ ਜਾਂਦਾ। ਨੈਕਸਟ ਗੱਲ ਕਰਦੇ ਜਿਹੜਾ ਮਨੁੱਖੀ ਮਨੋਵਿਗਿਆਨ ਹੈ, ਇਹਦੇ ਵਿੱਚ ਕਿਹੜੇ ਕਿਹੜੇ ਮਤਲਬ ਕਿ ਮਨੋਵਿਗਿਆਨ ਆ ਜਾਂਦੇ, ਜਿਵੇਂ ਇਹਦੇ ਵਿੱਚ ਆ ਗਿਆ ਬਾਲ ਮਨੋਵਿਗਿਆਨ। ਠੀਕ ਹੈ, ਇੱਕ ਛੋਟਾ ਬੱਚਾ, ਠੀਕ ਹੈ, ਛੋਟਾ ਜਿਹਾ ਬੱਚਾ ਹੁੰਦਾ ਜਦੋਂ ਸਕੂਲ ਵੀ ਨਹੀਂ ਆਉਣ ਲੱਗਦਾ ਜਾਂ ਮਤਲਬ ਸਕੂਲ ਹਜੇ ਸਟਾਰਟਿੰਗ ਹੁੰਦੀ ਆ, ਉਹਦੇ ਸਾਰੇ ਜਨਮ ਤੋਂ ਲੈ ਜਦੋਂ ਗਰਭ ਅਵਸਥਾ ਵਿੱਚ ਹੁੰਦਾ ਉਸ ਤੋਂ ਲੈ ਕੇ ਜਦੋਂ ਮਤਲਬ ਕਿ 0 ਤੋਂ 2 ਸਾਲ ਪੀਰੀਅਡ ਕਹਿੰਦੇ ਹਨ ਆਪਾਂ, ਉਹ ਸਾਰੀਆਂ ਸਟੇਜਸ ਆਪਾਂ ਪੜਾਂਗੇ। ਉਹ ਸਾਰੀਆਂ ਮਤਲਬ ਇਹਦੇ ਵਿੱਚ ਕੀ ਕੀਤੇ ਜਾਂਦੇ ਨੇ, ਉਹਨਾਂ ਦਾ ਅਧਿਐਨ ਕੀਤਾ ਜਾਂਦਾ। ਇਸ ਤੋਂ ਬਾਅਦ ਜਦੋਂ ਬਾਲ ਅਵਸਥਾ ਤੋਂ ਅੱਗੇ ਗੁਜ਼ਰਦਾ ਤਾਂ ਉਹ ਕਾਹਦੇ ਵਿੱਚ ਆਉਂਦੀ, ਕਿਸ਼ੋਰ ਅਵਸਥਾ, ਜਦੋਂ ਬੱਚੇ ਜਿਸ ਨੂੰ ਤੂਫਾਨੀ ਪੀਰੀਅਡ ਵੀ ਕਿਹਾ ਜਾਂਦਾ। ਇਸ ਟਾਈਮ ਦੇ ਵਿੱਚ ਬੱਚੇ ਨੇ ਜਿਹੜੇ ਬਹੁਤ ਜ਼ਿਆਦਾ ਮਤਲਬ ਚਿੜਚਿੜੇ ਹੋ ਜਾਂਦੇ ਆ। ਉਹ ਸਮਝਦੇ ਆ ਕਿ ਸਾਨੂੰ ਕੋਈ ਸਮਝਦਾ ਨਹੀਂ ਹੈ ਨਾ, ਉਹਨਾਂ ਦੇ ਦਿਮਾਗ ਦੇ ਵਿੱਚ ਮਤਲਬ ਕਿ ਉਹਨਾਂ ਦੇ ਅੰਦਰ ਇਸ ਤਰ੍ਹਾਂ ਦੀ ਫੀਲਿੰਗਸ ਆਉਂਦੇ ਨੇ ਕਿ ਅਸੀਂ ਇਸ ਦੁਨੀਆ ਦੇ ਵਿੱਚ ਮਤਲਬ ਕਿ ਜ਼ਿਆਦਾ ਉਹਨਾਂ ਦੇ ਉੱਪਰ ਕੌਨਫੀਡੈਂਸ ਆਇਆ ਹੁੰਦਾ। ਤਾਂ ਉਹ ਇੱਕ ਮਤਲਬ ਕਿ ਟੀਚਰ ਜਾਂ ਪੇਰੈਂਟਸ ਦਾ ਉਸ ਟਾਈਮ ਹੁੰਦਾ ਹੈ ਕਿ ਉਹਨੂੰ ਕਿਸ ਤਰ੍ਹਾਂ ਸਾਂਭਣਾ ਹੈ, ਉਸ ਦੇ ਵਿਵਹਾਰ ਨੂੰ ਸਮਝਣਾ ਚਾਹੀਦਾ। ਇਹ ਨੈਚੁਰਲ ਹੈ। ਹਰ ਇੱਕ ਬੱਚਾ ਜਦੋਂ 12 ਤੇ ਮਤਲਬ ਕਿ 12 ਤੇ 16 ਇਹ ਦੋ ਮਤਲਬ ਕਿ 12 ਤੋਂ 16 ਸਾਲ ਦੀ ਏਜ ਦੇ ਵਿੱਚ, ਚਾਹੇ ਲੜਕੇ ਚਾਹੇ ਲੜਕੀਆਂ ਨੇ, ਹੈ ਨਾ, ਸਾਰੇ ਲੜਕੇ ਲੜਕੀਆਂ ਜਿੰਨੇ ਵੀ ਹੁੰਦੇ ਆ, ਜਦੋਂ ਅਡੋਲਸੈਂਟ ਹੁੰਦਾ ਉਹਨਾਂ ਦੇ ਮਤਲਬ ਕਿਸ਼ੋਰ ਅਵਸਥਾ ਹੁੰਦੀ ਆ, ਕਿਸ਼ੋਰ ਹੁੰਦੇ ਆ, ਤਾਂ ਉਹਨਾਂ ਵਿੱਚ ਬਹੁਤ ਸਾਰੇ ਚੇਂਜਸ ਆਉਂਦੇ ਹੁੰਦੇ। ਤਾਂ ਟੀਚਰ ਨੇ ਤੇ ਪੇਰੈਂਟਸ ਨੇ ਉਹਨਾਂ ਦਾ ਮਤਲਬ ਅੱਛਾ ਕੋਆਪਰੇਟਿਵ ਵਿਵਹਾਰ ਕਰਨ ਨੂੰ ਸਹੀ ਡਾਇਰੈਕਸ਼ਨ ਦੇਣੀ ਹੁੰਦੀ ਹੈ। ਨੈਕਸਟ ਆਪਾਂ ਗੱਲ ਕਰਦੇ ਜੀ ਬਾਲਗ ਜਦੋਂ ਕਿਸ਼ੋਰ ਅਵਸਥਾ ਤੋਂ ਅੱਗੇ ਗੁਜ਼ਰਦਾ, ਜਦੋਂ ਵਿੱਚ ਮੈਚੁਰਿਟੀ ਥੋੜੀ ਆਣੀ ਸ਼ੁਰੂ ਹੋ ਜਾਂਦੀ ਆ, ਉਹ ਸਮਝਦਾਰ ਬਣ ਜਾਂਦਾ, ਸਮਾਜ ਦੇ ਵਿੱਚ ਕੋਆਪਰੇਸ਼ਨ ਕਰਨੀ ਸ਼ੁਰੂ ਕਰ ਦਿੰਦਾ, ਸੰਯੋਗ ਕਰਨਾ ਸ਼ੁਰੂ ਕਰ ਦਿੰਦਾ, ਉਸਨੂੰ ਚੰਗੇ ਮਾੜੇ ਦੀ ਜਿਹੜੀ ਜਾਣਕਾਰੀ ਆ ਉਹ ਮਿਲਣੀ ਸ਼ੁਰੂ ਹੋ ਜਾਂਦੀ ਆ, ਤਾਂ ਉਹ ਬਾਲਗ ਦਾ ਮਤਲਬ ਕਿ ਅਵਸਥਾ ਆ ਜਾਂਦੀ ਹੈ। ਠੀਕ ਹੈ, ਇਸ ਤੋਂ ਬਾਅਦ ਗੱਲ ਕਰਦੇ ਨਿੱਜੀ ਮਨੋਵਿਗਿਆਨ ਤੇ ਸਮਾਜਿਕ। ਇਹ ਯਾਦ ਰੱਖਿਓ ਜਿਹੜਾ ਮਨੁੱਖੀ ਮਨੋਵਿਗਿਆਨ ਦੇ ਵਿੱਚ ਤਿੰਨੇ ਚੀਜ਼ਾਂ, ਬਾਲ ਮਨੋਵਿਗਿਆਨ, ਕਿਸ਼ੋਰ ਤੇ ਬਾਲਗ ਮਨੋਵਿਗਿਆਨ, ਸਾਰੀ ਚੀਜ਼ਾਂ ਆ ਜਾਂਦੀਆਂ। ਇਸ ਤੋਂ ਬਾਅਦ ਨਿੱਜੀ ਮਨੋਵਿਗਿਆਨ ਦੀ ਗੱਲ ਹੈ, ਜਿੱਥੇ ਆਪਣਾ ਖੁਦ ਦੇ ਬਾਰੇ ਗੱਲ ਹੋ ਰਹੀ ਹੈ, ਸਿੱਕਾ ਸੈਲਫ ਦੀ ਗੱਲ, ਮਤਲਬ ਕਿ ਇੱਕ ਬੱਚਾ ਜਿਹੜਾ ਮਤਲਬ ਕਿ ਖੁਦ ਬਾਰੇ ਕੀ ਸੋਚਦਾ, ਕੀ ਉਹਨੇ ਮਤਲਬ ਉਹਦੀ ਮਤਲਬ ਕਿ ਉਹਦੇ ਅੰਦਰ ਕਿਸ ਤਰ੍ਹਾਂ ਦੀ ਫੀਲਿੰਗਸ ਨੇ, ਉਹ ਮਤਲਬ ਕਿ ਉਹ ਸਾਰੀਆਂ ਗੱਲਾਂ ਹੁੰਦੀਆਂ, ਸਿਰਫ ਉਸ ਦੇ ਇਕੱਲੇ ਦੀ ਗੱਲ ਹੋ ਰਹੀ ਹੈ। ਬਟ ਇਸ ਤੋਂ ਬਾਅਦ ਜਿਹੜਾ ਸਮਾਜਿਕ ਮਨੋਵਿਗਿਆਨ ਹੈ ਜੀ, ਸਮਾਜਿਕ ਮਨੋਵਿਗਿਆਨ ਦੇਖੋ, ਨਿੱਜੀ ਦੇ ਵਿੱਚ ਤਾਂ ਇੱਕ ਬੰਦੇ ਦੀ ਗੱਲ ਹੁੰਦੀ ਸੀ, ਉਹ ਸਾਰਾ ਮਤਲਬ ਉਸ ਇਕੱਲੇ ਨੂੰ ਐਨਾਲਾਈਸਿਸ ਕੀਤਾ ਹੁੰਦਾ। ਪਰ ਜਦੋਂ ਸਮਾਜਿਕ ਮਨੋਵਿਗਿਆਨ ਦੀ ਗੱਲ ਆ ਜਾਂਦੀ ਹੈ ਤਾਂ ਉਹਨੂੰ ਐਜ਼ ਏ ਮਤਲਬ ਕਿ ਸਮਾਜ ਦੇ ਪ੍ਰਾਣੀ ਦੇ ਤੌਰ ਤੇ ਲਿਆ ਜਾਂਦਾ, ਉਸ ਸਮਾਜ ਦਾ ਇੱਕ ਹਿੱਸਾ ਬਣਾ ਕੇ ਉਸਦਾ ਐਨਾਲਾਈਜ਼ ਕੀਤਾ, ਉਹਦਾ ਅਧਿਐਨ ਕੀਤਾ ਵੀ ਉਹ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰੂਗਾ, ਕਿਸ ਤਰ੍ਹਾਂ ਦਾ ਮਤਲਬ ਕਿ ਉਹਨੇ ਅੱਗੇ ਮਤਲਬ ਕਿ ਸਮਾਜ ਲਈ ਚੰਗਾ ਕਰ ਸਕਦਾ, ਉਹ ਸਾਰਾ ਇਹਦੇ ਵਿੱਚ ਦੇਖਿਆ ਜਾਂਦਾ ਹੈ। ਨੈਕਸਟ ਗੱਲ ਕਰਦੇ ਜੀ ਸਿਧਾਂਤਿਕ ਅਤੇ ਵਿਵਹਾਰਿਕ ਮਨੋਵਿਗਿਆਨ। ਸਿਧਾਂਤਿਕ ਦੀ ਗੱਲ ਕਰੀਏ ਜਿਹਨੂੰ ਪਿਓਰ ਅਤੇ ਅਪਲਾਈਡ ਸਾਇੰਸ ਕਹਿੰਦੇ ਹਨ। ਠੀਕ ਹੈ, ਪਿਓਰ ਅਤੇ ਅਪਲਾਈਡ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ, ਸਿਧਾਂਤਿਕ ਦੇ ਵਿੱਚ ਕੀ ਹੁੰਦਾ, ਕੋਈ ਨਾ ਕੋਈ ਉਦੇਸ਼ ਦਿੱਤਾ ਹੈ। ਇਹਦਾ ਮੇਨ ਮਕਸਦ ਹੁੰਦਾ ਸਿਧਾਂਤਿਕ ਮਨੋਵਿਗਿਆਨ ਦਾ ਸਿਰਫ ਕੋਈ ਨਾ ਕੋਈ ਉਦੇਸ਼ ਦੇਣਾ ਹੁੰਦਾ, ਉਹਦੇ ਅੰਦਰ ਗਿਆਨ ਭਰਨਾ ਹੁੰਦਾ ਬਸ। ਤੇ ਜਿਹੜਾ ਅਪਲਾਈਡ ਹੈ, ਠੀਕ ਹੈ, ਵਿਵਹਾਰਿਕ, ਜਿਵੇਂ ਕਿ ਨਾਮ ਤੋਂ ਹੀ ਪਤਾ ਵੀ ਜਿਹੜੇ ਵਿਵਹਾਰਿਕ ਸਾਡੇ ਜੀਵਨ ਦੇ ਵਿੱਚ ਵਿਵਹਾਰਿਕ ਗੱਲਾਂ ਹੁੰਦੀਆਂ ਨੇ ਉਹਨਾਂ ਨਾਲ ਸੰਬੰਧਿਤ ਹੁੰਦਾ, ਜਿਹਦੇ ਵਿੱਚ ਪਹਿਲਾ ਆ ਗਿਆ ਜੀ ਉਦਯੋਗਿਕ। ਉਦਯੋਗਿਕ ਕੀ ਹੁੰਦਾ ਜੀ, ਇਹ ਮਤਲਬ ਕਿ ਉਦਯੋਗ ਧੰਦੇ ਹੋ ਗਏ, ਹੈ ਨਾ, ਉਹਨਾਂ ਨਾਲ ਸੰਬੰਧਿਤ। ਇਹਦੇ ਵਿੱਚ ਕੀ ਹੁੰਦਾ, ਜਿਹੜੇ ਕਾਰੀਗਰ ਹੁੰਦੇ ਨੇ ਉਹਨਾਂ ਦੀ ਚੋਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਆ, ਉਹਨਾਂ ਦੀ ਟ੍ਰੇਨਿੰਗ ਦੀ ਗੱਲ ਕੀਤੀ ਜਾਂਦੀ ਆ, ਉਹਨਾਂ ਨੂੰ ਅੱਗੇ ਕਿਸ ਤਰ੍ਹਾਂ ਗਾਈਡਲਾਈਨਸ ਦੇਣੀਆਂ, ਉਹਨਾਂ ਸਾਰਿਆਂ ਦੀ ਗੱਲ ਉਦਯੋਗਿਕ ਦੇ ਵਿੱਚ ਹੁੰਦੀ ਹੈ। ਧਿਆਨ ਰੱਖਿਓ ਜੀ, ਵਿਵਹਾਰਿਕ ਮਨੋਵਿਗਿਆਨ ਦੇ ਵਿੱਚ ਉਦਯੋਗਿਕ ਦੀ ਗੱਲ ਹੁੰਦੀ ਹੈ। ਇਹਦੇ ਸਬ ਪੁਆਇੰਟ ਨੇਗੇ ਵਿਵਹਾਰਿਕ ਮਨੋਵਿਗਿਆਨ ਦੇ, ਉਦਯੋਗਿਕ। ਫਿਰ ਇਸ ਤੋਂ ਬਾਅਦ ਕਲੀਨਿਕਲ ਹੁੰਦਾ ਜੀ, ਮਤਲਬ ਕਿ ਤੁਹਾਨੂੰ ਪਤਾ ਇਹ ਹੋ ਗਿਆ ਕਿਸੇ ਰੋਗਾਂ ਦੇ ਇਲਾਜ ਨਾਲ ਸੰਬੰਧਿਤ, ਵੀ ਰੋਗਾਂ ਦਾ ਪਤਾ ਲਗਾਇਆ ਜਾਂਦਾ ਵੀ ਕੀ ਰੋਗ ਦੇ ਵਿੱਚ ਕਾਰਨ ਕੀ ਨੇ, ਉਸ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾ ਸਕਦਾ, ਉਹ ਸਾਰੀਆਂ ਗੱਲਾਂ ਆ ਜਾਂਦੀਆਂ। ਨੈਕਸਟ ਗੱਲ ਆ ਜਾਂਦੀ ਐਜੂਕੇਸ਼ਨ।
ਵੈਰੀ ਇੰਪੋਰਟੈਂਟ। ਆਪਾਂ ਇਸੇ ਉੱਪਰ ਤਾਂ ਗੱਲ ਕਰਨੀ ਹੈ, ਆਪਾਂ ਨੇ ਸਿੱਖਿਆ ਉੱਪਰ ਹੀ ਸਾਰੀ ਮਤਲਬ ਜੋ ਅੱਗੇ ਪ੍ਰੋਸੈਸ ਆ ਜਿਹੜਾ ਮਨੋਵਿਗਿਆਨ ਜੋ ਆਪਣੇ ਸਬਜੈਕਟ ਪੜ੍ਹਨਾ ਉਹ ਸਾਰਾ ਆਪਾਂ ਸਿੱਖਿਆ ਉੱਪਰ ਹੀ ਪੜ੍ਹਨਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਸਿੱਖਿਆ ਦੇ ਵਿੱਚ ਸਾਈਕੋਲੋਜੀ ਨੂੰ ਕੌਣ ਮਤਲਬ ਕਿ ਅੱਗੇ ਲੈ ਕੇ ਆਇਆ ਸੀ ਤਾਂ ਉਹ ਰੂਸੋ ਸੀਗਾ, ਠੀਕ ਹੈ, ਯਾਦ ਰੱਖਿਓ। ਸਿੱਖਿਆ ਦੇ ਵਿੱਚ ਮਤਲਬ ਕਿ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਵੱਧ ਗਈ ਹੈ, ਕਿਉਂਕਿ ਇੱਕ ਛੋਟੇ ਬੱਚੇ ਤੋਂ ਲੈ ਕੇ ਮਤਲਬ ਜਦੋਂ ਤੱਕ ਉਹ ਸਟੱਡੀ ਕਰਦਾ ਉਹ ਸਾਰਾ ਕੁਝ ਬਹੁਤ ਕੁਝ ਸਿੱਖਦਾ। ਉਹਦੇ ਵਿਵਹਾਰ ਦਾ ਐਨਾਲਾਈਜ਼ ਕਰਨਾ ਜ਼ਰੂਰੀ ਹੈ ਵੀ ਇੱਕ ਬੱਚਾ ਕਲਾਸ ਦੇ ਵਿੱਚ ਕਈ ਬੱਚੇ ਹੁੰਦੇ ਆ ਨਾ, ਕਈ ਤਾਂ ਮਤਲਬ ਅੱਛਾ ਪੜ੍ਹਦੇ ਹੁੰਦੇ ਆ ਤੇ ਉਹ ਮਤਲਬ ਹੋ ਸਕਦਾ ਉਹਨੂੰ ਘਰ ਦੇ ਵਿੱਚ ਅੱਛਾ এনवायरमेंट ਮਿਲ ਰਿਹਾ, ਲੇਕਿਨ ਕੁਝ ਬੱਚੇ ਪੜ੍ਹਨ ਦੇ ਵਿੱਚ ਤਾਂ ਮਤਲਬ ਕਿ ਅੱਛੇ ਹੁੰਦੇ ਆ ਬਟ ਉਹ ਸਹੀ ਆਪਦੇ ਮਤਲਬ ਟੈਲੈਂਟ ਦਿਖਾ ਨਹੀਂ ਪਾਉਂਦੇ। ਉਹ ਇਹ ਜ਼ਰੂਰੀ ਹੁੰਦੀ, ਕੁਝ ਬੱਚੇ ਗੇਮਾਂ ਦੇ ਵਿੱਚ ਅੱਛੇ ਹੁੰਦੇ ਆ, ਮਤਲਬ ਕਿ ਟੀਚਰ ਨੇ ਉਹਨੂੰ ਸਹੀ ਗਾਈਡਲਾਈਨ ਦੇਣੀ ਹੁੰਦੀ ਹੈ ਕਿ ਉਸਨੇ ਕਿਸ ਫੀਲਡ ਦੇ ਵਿੱਚ ਆਪਣਾ ਚੁਣਾਵ ਕਰਨਾ। ਇਹ ਸਾਰੀਆਂ ਗੱਲਾਂ ਦੇਖੀਆਂ ਜਾਂਦੀਆਂ ਨੇ। ਇਸ ਤੋਂ ਬਾਅਦ ਅਪਰਾਧ ਦੀ ਗੱਲ ਕਰਦੇ ਹਾਂ, ਠੀਕ ਹੈ। ਅਪਰਾਧ ਦੀ ਮਤਲਬ ਕਿ ਅਪਰਾਧ ਮਨੋਵਿਗਿਆਨੀ ਇਹ ਗੱਲ ਮਤਲਬ ਕਿ ਇਹ ਆ ਗਈ ਵੀ ਜਿਹੜੇ ਅਪਰਾਧੀ ਹੁੰਦੇ ਨੇ ਉਹ ਅਪਰਾਧ ਕਿਉਂ ਕਰਦੇ ਆ, ਕੀ ਉਹਦਾ ਰੀਜ਼ਨ ਕੀ ਹੈ, ਠੀਕ ਹੈ। ਉਹਨੂੰ ਅਪਰਾਧੀ ਬਣ ਲਈ ਕਿਹੜੀ ਗੱਲਾਂ ਨੇ ਉਹਨੂੰ ਉਤਸੁਕ ਕੀਤਾ, ਉਸਨੇ ਮਤਲਬ ਕਿ ਕਿਉਂ ਇਹ ਅਪਰਾਧ ਕੀਤਾ, ਇਹ ਸਾਰੀਆਂ ਗੱਲਾਂ ਦਾ ਇਹਦੇ ਵਿੱਚ ਅਧਿਐਨ ਕੀਤਾ ਜਾਂਦਾ। ਮੈਂ ਤੁਹਾਨੂੰ ਦੋਸਤੋ ਇਹ ਸਾਰਾ ਕੁਝ ਇਹਦੇ ਵਿੱਚ ਕਰਵਾਇਆ, ਇਹਦੇ ਵਿੱਚ ਕਿਉਂ ਸਾਇੰਸ ਕਿਹਾ ਗਿਆ ਸੀ, ਤੁਹਾਨੂੰ ਇੱਕ ਵਾਰ ਫਿਰ ਰਿਵੀਜ਼ਨ ਇਹਦੀ ਆਬਜ਼ਰਵ ਕਰ ਸਕਦੇ ਹਾਂ ਇਹਨੂੰ, ਠੀਕ ਹੈ। ਆਪਾਂ ਇਹਦੀ ਰਿਕਾਰਡਿੰਗ ਰੱਖ ਸਕਦੇ ਹਾਂ ਆਬਜ਼ਰਵ ਕਰਨ ਤੋਂ ਬਾਅਦ ਜਿਹੜੇ ਆਪਾਂ ਚੀਜ਼ ਗੱਲ ਕੀਤੀ ਹੈ। ਇਸ ਤੋਂ ਬਾਅਦ ਐਨਾਲਾਈਜ਼ ਕਰ ਸਕਦੇ ਹਾਂ, ਕਲਾਸੀਫਿਕੇਸ਼ਨ ਕਰ ਸਕਦੇ ਹਾਂ ਫੈਕਟ ਦੀ, ਤਾਂ ਕਰਕੇ ਇਹਨੂੰ ਸਾਇੰਸ ਕਿਹਾ ਗਿਆ। ਇਸ ਤੋਂ ਬਾਅਦ ਯੂਨੀਵਰਸਲ ਮਤਲਬ ਕਿ ਸਰਵ ਵਿਆਪਕ ਜੀ ਦੇ ਸਿੱਟੇ ਜਿਹੜੇ ਨਿਕਲਦੇ ਇਹਨੂੰ ਹਰ ਜਗ੍ਹਾ ਦੇ ਉੱਪਰ ਆਪਾਂ ਲਾਗੂ ਕਰ ਸਕਦੇ ਹਾਂ। ਨੈਕਸਟ ਗੱਲ ਹੈ ਜੀ ਵੈਲਿਡਿਟੀ, ਮਤਲਬ ਕਿ ਵੈਲਿਡਿਟੀ ਹੁੰਦੀ ਹੈ ਜੀ, ਵੈਲਿਡ ਹੁੰਦਾ ਹਰ ਜਗ੍ਹਾ ਦੇ ਉੱਪਰ, ਇਹ ਪ੍ਰਮਾਣਿਕਤਾ ਹੁੰਦੀ ਹੈ ਜੀ। ਪ੍ਰੈਡਿਕਸ਼ਨ ਮਤਲਬ ਹੁੰਦਾ ਭਵਿੱਖਬਾਣੀ, ਜੋ ਸਿੱਟੇ ਨਿਕਲਦੇ ਉਹਦੇ ਆਧਾਰ ਤੇ ਆਪਾਂ ਇਹਦੀ ਭਵਿੱਖਬਾਣੀ ਕਰ ਸਕਦੇ ਹਾਂ। ਸਕੋਪ ਆਪਾਂ ਨੇ ਕੀਤਾ ਜੀ, ਇਹਦੇ ਵਿੱਚ ਸਾਰੇ ਪ੍ਰੋਸੈਸ ਆਉਂਦੇ ਆ, ਮੈਂਟਲੀ ਹੈ, ਫਿਜ਼ੀਕਲ ਹੈ, ਇਮੋਸ਼ਨਲੀ, ਆਪਾਂ ਸਾਰੇ ਉਹਦੇ ਜਿਹੜੇ ਪ੍ਰੋਸੈਸ ਹੁੰਦਾ ਉਹਦਾ ਮਤਲਬ ਸਾਰੀਆਂ ਪ੍ਰਕਿਰਿਆਵਾਂ ਨੇ ਉਹਨਾਂ ਨੂੰ ਆਪਾਂ ਰਿਕਾਰਡ ਕਰਦੇ ਹਾਂ। ਨੈਕਸਟ ਗੱਲ ਕਰਦੇ ਹਾਂ ਜੀ ਮਤਲਬ ਕਿ ਅੱਗੇ ਦੀ ਬ੍ਰਾਂਚਸ ਬਣੀਆਂ ਸੀ, ਸਧਾਰਨ ਮਨੋਵਿਗਿਆਨ ਤੇ ਅਸਧਾਰਨ। ਸਧਾਰਨ ਦੇ ਵਿੱਚ ਕੀ ਸੀਗਾ ਜੀ, ਸਧਾਰਨ ਦੇ ਵਿੱਚ ਇਹ ਗੱਲ ਹੁੰਦੀ ਸੀ ਜਿਹੜਾ ਮਨੁੱਖ ਹੈ, ਠੀਕ ਹੈ, ਉਹ ਮਤਲਬ ਕਿ ਸਧਾਰਨ ਮਨੁੱਖਾਂ ਦੀ ਗੱਲ ਹੈ। ਇੱਕ ਨਾਰਮਲ ਪਰਸਨ ਹੁੰਦਾ, ਇੱਕ ਅਬਨੋਰਮਲ, ਮਤਲਬ ਅਬਨੋਰਮਲ ਹੁੰਦਾ ਉਹ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਕਿ ਪਿਛੜਾ ਹੁੰਦਾ, ਜਾਂ ਤਾਂ ਮਤਲਬ ਕਿ ਮੈਂਟਲੀ ਤੌਰ ਤੇ ਜਾਂ ਕੋਈ ਕਾਰਨ ਹੋ ਸਕਦੇ ਨੇ, ਉਹਨਾਂ ਦਾ ਅਧਿਐਨ ਕੀਤਾ ਜਾਂਦਾ ਹੈ। ਤੇ ਨੈਕਸਟ ਗੱਲ ਹੈ ਮਨੁੱਖੀ ਮਨੋਵਿਗਿਆਨ ਤੇ ਪਸ਼ੂ ਮਨੋਵਿਗਿਆਨ। ਮਨੁੱਖੀ ਮਨੋਵਿਗਿਆਨ ਦੇ ਵਿੱਚ ਕੀ ਹੁੰਦਾ, ਮਨੁੱਖ ਦੇ ਜਿਹੜੇ ਸਾਰੇ ਸਟੇਜਸ ਹੁੰਦੇ, ਚਾਹੇ ਉਹ ਬਾਲ ਅਵਸਥਾ ਹੋਵੇ, ਉਹਦੀ ਬਾਲ ਅਵਸਥਾ ਹੋਗੀ, ਚਾਹੇ ਉਸ ਤੋਂ ਬਾਅਦ ਉਹਦੀ ਕਿਸ਼ੋਰ ਅਵਸਥਾ ਹੁੰਦੀ ਹੈ, ਬਾਲਗ ਅਵਸਥਾ ਹੁੰਦੀ ਹੈ, ਸਾਰਿਆਂ ਦਾ ਅਧਿਐਨ ਕੀਤਾ ਜਾਂਦਾ। ਨੈਕਸਟ ਗੱਲ ਕਰਦੇ ਹਾਂ ਪਸ਼ੂ ਦੇ ਮਨੋਵਿਗਿਆਨ। ਇਹਦੇ ਵਿੱਚ ਕੰਪੈਰੀਜ਼ਨ ਕੀਤਾ ਜਾਂਦਾ ਮਨੁੱਖ ਤੇ ਪਸ਼ੂ ਦਾ, ਵੀ ਉਸਦੇ ਦੇ ਆਧਾਰ ਤੇ ਮਨੁੱਖ ਦੇ ਵਿਵਹਾਰ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਕੁਝ ਥਿਓਰੀਆਂ ਬਣੀਆਂ ਹੋਈਆਂ ਨੇ, ਉਹ ਤੁਹਾਨੂੰ ਅੱਗੇ ਪੜ੍ਹਾਵਾਂਗੇ ਉਹਨਾਂ ਬਾਰੇ ਵੀ। ਤੇ ਇਸ ਤੋਂ ਬਾਅਦ ਜੀ ਨਿੱਜੀ ਮਨੋਵਿਗਿਆਨ ਤੇ ਸਮਾਜਿਕ। ਨਿੱਜੀ ਮਨੋਵਿਗਿਆਨ ਦੇ ਵਿੱਚ ਸੈਲਫ ਦੀ ਗੱਲ ਕੀਤੀ ਜਾਂਦੀ, ਇੱਕ ਵਿਅਕਤੀ ਦੀ ਗੱਲ ਕੀਤੀ ਜਾਂਦੀ ਹੈ, ਠੀਕ ਹੈ। ਸਮਾਜਿਕ ਮਤਲਬ ਕਿ ਨਿੱਜੀ ਦੇ ਵਿੱਚ ਉਹਦੀਆਂ ਸਾਰੀਆਂ ਰੁਚੀਆਂ ਵਗੈਰਾ ਉਹਦੇ ਕੀ ਮਤਲਬ ਕਿ ਕਾਰਨ ਨੇ ਉਹਨਾਂ ਸਾਰਿਆਂ ਨੂੰ ਜਾਣਿਆ ਜਾਂਦਾ। ਨੈਕਸਟ ਹੈ ਜੀ ਸਮਾਜਿਕ ਮਨੋਵਿਗਿਆਨ, ਜਿਸ ਦੇ ਵਿੱਚ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਠੀਕ ਹੈ। ਉਹ ਸਾਰੀਆਂ ਗੱਲਾਂ ਨੂੰ ਰਿਲੇਟ ਕਰਕੇ ਲਿਖਦੇ ਜਾਂਦਾ, ਮਤਲਬ ਕਿ ਸਮਾਜ ਨੂੰ ਲੈ ਕੇ ਚੱਲਿਆ ਜਾਂਦਾ ਮਨੁੱਖ, ਮਤਲਬ ਕਿ ਕਿਉਂਕਿ ਸਮਾਜ ਦਾ ਪ੍ਰਾਣੀ ਹੈ ਤਾਂ ਇਸ ਕਰਕੇ ਇਹਨੂੰ ਸਮਾਜਿਕ ਮਨੋਵਿਗਿਆਨ ਦੇ ਵਿੱਚ ਇਹੀ ਚੀਜ਼ ਦੇਖੀ ਜਾਂਦੀ। ਨੈਕਸਟ ਗੱਲ ਕਰਦੇ ਸਿਧਾਂਤਿਕ ਤੇ ਵਿਵਹਾਰਿਕ। ਸਿਧਾਂਤਿਕ ਤੁਹਾਨੂੰ ਦੱਸਿਆ ਪਿਓਰ ਹੁੰਦਾ, ਜਿਹਦੇ ਉਦੇਸ਼ ਸਿਰਫ ਕੀ ਹੁੰਦਾ, ਉਪਦੇਸ਼ ਦੇਣਾ, ਤੇ ਯਾਨੀ ਕਿ ਉਪਦੇਸ਼ ਦੇਣਾ ਮਤਲਬ ਕਿ ਸਿਰਫ ਗਿਆਨ ਦੇਣਾ ਉਸਨੂੰ। ਇਸ ਤੋਂ ਬਾਅਦ ਵਿਵਹਾਰਿਕ ਮਨੋਵਿਗਿਆਨ, ਨਾਮ ਤੋਂ ਹੀ ਪਤਾ ਕੋਈ ਜੋ ਵਿਵਹਾਰ ਦੇ ਵਿੱਚ ਆਮ ਗੱਲਾਂ ਹੁੰਦੀਆਂ, ਠੀਕ ਹੈ, ਜਿਹਦੇ ਵਿੱਚ ਆ ਗਿਆ ਜੀ ਉਦਯੋਗ ਹੋ ਗਿਆ, ਕਲੀਨਿਕਲ ਹੋ ਗਿਆ, ਸਿੱਖਿਆ ਹੋ ਗਿਆ, ਅਪਰਾਧ। ਉਦਯੋਗ ਦੇ ਵਿੱਚ ਵੀ ਮਤਲਬ ਕਿ ਜੋ ਉਦਯੋਗ ਦੇ ਵਿੱਚ ਨਾ ਕਾਰੀਗਰ ਆਉਂਦੇ ਆ, ਉਹਨਾਂ ਦੇ ਮਤਲਬ ਟੈਲੈਂਟ ਨੂੰ ਪਛਾਣਨਾ, ਉਹਨੂੰ ਸਿਖਲਾਈ ਦੇਣਾ, ਮਤਲਬ ਕਿ ਉਹਨਾਂ ਦੀ ਜੁਆਇਨਿੰਗ ਵਗੈਰਾ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ, ਸਾਰਾ ਪ੍ਰੋਸੈਸ। ਕਲੀਨਿਕਲ ਰੋਗਾਂ ਦੇ ਉਪਚਾਰ ਦੀ ਗੱਲ ਕਰਦੇ ਜੀ। ਤੇ ਨੈਕਸਟ ਹੈ ਬੱਚੋ ਕਿ ਸਿੱਖਿਆ ਦੇ ਵਿੱਚ ਤੁਹਾਨੂੰ ਦੱਸਿਆ ਵੀ ਇੱਕ ਜੋ ਹੁਣ ਕੋਈ ਵੀ ਟੀਚਿੰਗ ਐਗਜ਼ਾਮ ਹੁੰਦਾ ਉਹਦੇ ਵਿੱਚ ਸਾਈਕੋਲੋਜੀ ਸਬਜੈਕਟ ਜਿਹੜਾ ਪੜ੍ਹਨਾ ਜਿਹੜਾ ਕੰਪਲਸਰੀ ਹੋਗਾ। ਕੋਈ ਵੀ ਪੁੱਛਿਆ ਜਾਂਦਾ, ਇਹ ਤਕਰੀਬਨ 15-20 ਜਾਂ ਫਿਰ 30 ਮਾਰਕਸ ਦੇ ਪੁੱਛੀ ਜਾਂਦੇ ਆ। ਰੀਜ਼ਨ ਇਹ ਆ ਕਿਉਂਕਿ ਸਾਈਕੋਲੋਜੀ ਮਤਲਬ ਕਿ ਬੱਚੇ ਨੂੰ ਸਮਝਣ ਵਾਸਤੇ ਸਾਨੂੰ ਹੈਲਪ ਕਰਦੀ ਹੈ, ਤਾਂ ਇਹਦੇ ਲਈ ਇਹਨੂੰ ਪੜ੍ਹਨਾ ਜ਼ਰੂਰੀ ਹੈ। ਨੈਕਸਟ ਹੈ ਜੀ ਅਪਰਾਧ, ਮਤਲਬ ਕਿ ਇੱਕ ਅਪਰਾਧੀ ਅਪਰਾਧ ਕਿਉਂ ਕਰਦਾ, ਰੀਜ਼ਨ ਉਹਦੇ ਪਿੱਛੇ ਕੀ ਨੇ, ਕਿਉਂ ਮਤਲਬ ਕਿ ਉਹ ਸਭ ਕਰ ਰਿਹਾ, ਸਾਰੀਆਂ ਗੱਲਾਂ ਨੇ। ਦੋਸਤੋ ਅੱਜ ਸਾਈਕੋਲੋਜੀ ਦਾ ਮੈਂ ਤੁਹਾਨੂੰ ਜਿੰਨਾ ਵੀ ਆ ਤਾਂ ਇਹਨੂੰ ਚੰਗੀ ਤਰ੍ਹਾਂ ਮਤਲਬ ਕਿ ਵੀਡੀਓ ਪੌਜ਼ ਕਰਕੇ ਜਿੱਥੇ ਨੋਟਸ ਵਗੈਰਾ ਬਣਾਉਣੇ ਤੁਸੀਂ ਜ਼ਰੂਰ ਬਣਾਉਣੇ, ਤੇ ਧਿਆਨ ਵੀਡੀਓ ਨੂੰ ਜ਼ਰੂਰ ਪੂਰਾ ਦੇਖਣਾ, ਤਾਂ ਹੀ ਤੁਹਾਡੇ ਇਹ ਸਾਰਾ ਕੁਝ ਯਾਦ ਹੋਵੇਗਾ, ਤੁਹਾਨੂੰ ਫਿਰ ਇਸ ਦਾ ਪਤਾ ਲੱਗੇ। ਵੈਸੇ ਸਾਈਕੋਲੋਜੀ ਇੰਨਾ ਡਿਫਿਕਲਟ ਕੋਈ ਸਬਜੈਕਟ ਨਹੀਂ ਹੈ, ਪਰ ਇਸਨੂੰ ਜੇ ਚੰਗੀ ਤਰ੍ਹਾਂ ਸਮਝਿਆ ਜਾਵੇ ਤਾਂ ਤੁਹਾਡੀ ਬਹੁਤ ਹੈਲਪ ਕਰ ਸਕਦਾ। ਦੋਸਤੋ ਅੱਜ ਲਈ ਇੰਨਾ ਹੀ, ਧੰਨਵਾਦ। ਕਿੰਨੇ ਮਿੰਟ ਦੀ ਪਹਿਲਾਂ ਹੀ 11 ਦੀ ਸ਼ਾਇਦ ਇਹ ਜੀ 12-13 ਦੀ।
भाई पानी दे दो हाँ उधरों की पोज करते